जुगो जुग अटल। चवर छत्र तखत दे मालक, राजान राज भानान भान। देवान देव उपमा महान। कोट ब्रह्मंडा दे मालक, जगदी जोत। जहर जहूर हाजर हजूर, सर्ब कला भरपूर जगत गुरु। धन धन सतगुरु श्री गुरु ग्रंथ साहिब महाराज जी दी। साजे निवाजी गुरु रूप गुरु प्यारी साध संगत जियो। तही प्रकाश हमारा भयो, पटना शहर बिखै भव लयो। हम एह काज जगत मोह आए, धर्म हेत गुरुदेव पठाए। जहाँ तहाँ तम धर्म बिथारो, दुष्ट दोखी अनपकर पछारो। याही काज धरा हम जनमंग, समझ ले हो साधु सब मन मंग। धर्म चलावन संत उबारन, दुष्ट सबन कौ मूल उपाड़न। धन धन कलगीधर पिता बाला प्रीतम। अमृत के दाते सरबंस दानी। कादरे हरकार गुरु गोबिंद सिंह, बेकसारा यार गुरु गोबिंद सिंह। रूह दर हर जिसम गुरु गोबिंद सिंह, नूर दर हर चशम गुरु गोबिंद सिंह महाराज जी दे। पावन पवित्र मुकद्दस प्रकाश अस्थान तखत श्री हरिमंदर जी पटना साहिब विखे इस पावन धरती ते गुरुद्वारा बाल लीला मैणी संगत विखे महापुरख श्रीमान संत बाबा गुरविंदर सिंह जी की आग्या नूं पा करके इस पावन स्थान ते बाणी पह गुरदास जी की कवित सवैयां की कथा विचार प्रारंभ है। सतगुरु महाराज जी की कृपा दे नाल 105 ਤੋਂ ਵੱਧ ਕਵਿਤ ਸਵਈਆਂ ਦੀ ਵਿਚਾਰ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਸੋ ਅਗਲਾ ਜੋ ਕਵਿਤ ਹੈ ਇਸ ਦੀ ਵਿਚਾਰ ਪ੍ਰਾਰੰਭ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਲਵਾਈਏ। ਗੱਜ ਵੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੀਤ ਹੈ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਨੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਜੇ ਗੁਰੂ ਦਾ ਸਿੱਖ ਇੱਕ ਕਦਮ ਵੀ ਤੁਰ ਕਰਕੇ ਜਾਣਾ ਕਰੇ, ਭਾਵ ਗੁਰੂ ਦੀ ਸ਼ਰਨ ਵਿੱਚ ਜਾਣ ਵਾਸਤੇ ਜੇ ਇੱਕ ਚੰਗਾ ਵਿਚਾਰ ਵੀ ਮਨ ਵਿੱਚ ਆਵੇ, ਜੇ ਘਰੋਂ ਤਿਆਰ ਹੋ ਕਰਕੇ ਇੱਕ ਪੈਰ ਵੀ ਗੁਰੂ ਘਰ ਵੱਲ ਪੁੱਟ ਨਾ ਕਰੇ, ਜਾਂ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਛੋਟਾ ਕਦਮ, ਇੱਕ ਛੋਟਾ ਸਟੈਪ ਚੁੱਕੇ ਕਿ ਮੈਂ ਅੱਜ ਤੋਂ ਜਪਜੀ ਸਾਹਿਬ ਦਾ ਪਾਠ ਰੋਜ਼ ਕਰਾਂਗਾ। ਕਈਆਂ ਦਾ ਮਾਦਾ ਘੱਟ ਹੁੰਦਾ ਹੈ, ਕਈਆਂ ਦਾ ਜਿਗਰਾ ਉਹਦੇ ਵਿੱਚ ਤਾਸੀਰ ਘੱਟ ਹੁੰਦੀ ਹੈ, ਭੋਜਨ ਪਚਾਉਣ ਦੀ ਤਾਕਤ ਘੱਟ ਹੁੰਦੀ ਹੈ। ਇਸ ਕਰਕੇ ਡਾਕਟਰ ਆਖਦੇ ਨੇ ਵੀ ਭੋਜਨ ਓਨਾ ਹੀ ਕਰੋ ਜਿੰਨਾ ਪਚਦਾ। ਵੱਧ ਭੋਜਨ ਕਰਾਂਗੇ ਪਚੇਗਾ ਨਹੀਂ, 100 ਬਿਮਾਰੀਆਂ ਪੈਦਾ ਹੋਣਗੀਆਂ। ਤੇ ਭੋਜਨ ਓਨਾ ਹੀ ਕਰੋ ਜਿੰਨਾ ਪਚਦਾ ਹੈ। ਧਰਮ ਵੀ ਸਾਧ ਸੰਗਤ ਜੀ ਵੇਖੋ ਵੇਖੀ ਕਈ ਬੰਦੇ ਵੇਖਦੇ ਨੇ ਵੀ ਸੰਗਤ ਵਿੱਚ ਕਈ 4 ਵਜੇ ਉੱਠ ਕੇ ਆ ਜਾਂਦੇ ਨੇ ਤੇ ਉਹਨਾਂ ਦੀ ਰੀਸ ਕਰਕੇ ਚਲੋ ਜੀ ਮੈਂ ਵੀ ਸਵੇਰੇ 4 ਵਜੇ ਉੱਠ ਪਵਾਂ। ਕਈ ਬੰਦੇ
ਸਵੇਰੇ ਅੰਮ੍ਰਿਤ ਵੇਲੇ 2 ਵਜੇ 3 ਵਜੇ ਉੱਠ ਕੇ ਆ ਜਾਂਦੇ ਨੇ ਤੇ ਉਹਨਾਂ ਦੀ ਰੀਸ ਕਰਕੇ ਬੰਦਾ ਸੋਚੇ ਵੀ ਮੈਂ ਵੀ 2 ਵਜੇ 3 ਵਜੇ ਉੱਠ ਕੇ ਤੇ ਗੁਰਦੁਆਰੇ ਆ ਜਾਵਾਂ। 1-2 ਦਿਨ 4 ਦਿਨ ਤਾਂ ਆ ਸਕਦਾ ਹੈ, ਪਰ ਸਾਧ ਸੰਗਤ ਜੀ ਭਾਰ ਉਨਾ ਹੀ ਚੱਕਣਾ ਚਾਹੀਦਾ ਹੈ ਜਿੰਨਾ ਕੁ ਲੱਤਾਂ 'ਚ ਭਾਰ ਚੁੱਕਣ ਦੀ ਜਾਨ ਹੋਵੇ। ਕੰਮ ਉਨਾ ਹੀ ਕਰੋ ਜਿੰਨਾ ਸਰੀਰ ਝੱਲਦਾ। ਰੋਟੀ ਉਨੀ ਖਾਓ ਜਿੰਨੀ ਪਚਾਉਣ ਦੀ ਤਾਕਤ ਹੈ। ਇਸ ਕਰਕੇ ਜੇ ਵੱਡਾ ਕੋਈ ਕਾਰਜ ਨਹੀਂ ਹੁੰਦਾ ਹੈ ਤਾਂ ਵੱਡੇ ਕਾਰਜ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੋਈ ਛੋਟਾ ਗੋਲ ਸੈਟਅਪ ਕਰਕੇ ਬੰਦਾ ਕਰ ਸਕਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ। ਜੇ ਫਲਾਣਾ ਬੰਦਾ 5 ਪਾਠ ਸੁਖਮਨੀ ਸਾਹਿਬ ਦੇ ਕਰਦਾ ਹੈ ਤੇ ਆਪਾਂ 5 ਨਹੀਂ ਕਰਨੇ, ਵੀ ਘੱਟੋ ਘੱਟ 1 ਤਾਂ ਕਰੀਏ। ਜੇ 1 ਸੁਖਮਨੀ ਸਾਹਿਬ ਦਾ ਪਾਠ ਕਰਨ ਵਾਸਤੇ ਵੀ ਟਾਈਮ ਨਹੀਂ ਹੈ ਤੇ ਚਲੋ ਅੱਧਾ ਸੁਖਮਨੀ ਸਾਹਿਬ ਦਾ ਪਾਠ ਅੱਜ ਕਰ ਲਈਏ, ਅੱਧਾ ਕੱਲ ਨੂੰ ਕਰ ਲਿਓ। ਅੱਧਾ ਕਰਨ ਦਾ ਵੀ ਟਾਈਮ ਨਹੀਂ ਹੈ ਤੇ ਜੇ ਇੱਕ ਅਸ਼ਟਪਦੀ ਰੋਜ਼ ਕੋਈ ਕਰ ਲਵੇ ਪ੍ਰੇਮ ਦੇ ਨਾਲ ਤੇ 24 ਦਿਨਾਂ ਦੇ ਵਿੱਚ 1 ਪਾਠ ਸੁਖਮਨੀ ਸਾਹਿਬ ਦਾ ਬਹੁਤ ਸੌਖੇ ਢੰਗ ਦੇ ਨਾਲ ਹੋ ਸਕਦਾ ਹੈ। ਕਹਿਣ ਤੋਂ ਭਾਵ ਛੋਟੇ ਤੋਂ ਛੋਟਾ ਕਦਮ ਪੁੱਟਣਾ ਵੀ ਗੁਰੂ ਘਰ ਵੱਲ ਫਾਇਦੇਮੰਦ ਹੀ ਹੈ। ਜੇ 21 ਪਾਠ ਜਾਂ 25 ਪਾਠ ਜਪਜੀ ਸਾਹਿਬ ਦੇ ਨਹੀਂ ਹੁੰਦੇ ਤੇ ਤੁਸੀਂ 5 ਪਾਠ ਤੋਂ ਸ਼ੁਰੂ ਕਰ ਲਿਓ। 5 ਪਾਠ ਨਹੀਂ ਹੁੰਦੇ, 1 ਪਾਠ ਕਰ ਲਿਓ ਰੋਜ਼। ਹੌਲੀ ਹੌਲੀ ਸਹਿਜੇ ਸਹਿਜੇ 2 ਪਾਠ ਕਰੋ, ਫਿਰ 3 ਕਰੋ, ਫਿਰ 6 ਮਹੀਨੇ ਬਾਅਦ 5 ਪਾਠ ਰੋਜ਼ ਕਰੋ। ਇਸ ਤਰ੍ਹਾਂ ਮਨ ਨੂੰ ਆਦਤ ਤਾਂ ਪਵੇ। ਹੌਲੀ ਹੌਲੀ ਸਹਿਜੇ ਸਹਿਜੇ ਖੁਰਾਕ ਵਧਾਉਣ ਦੇ ਨਾਲ ਸਰੀਰ ਵਿੱਚ ਤਾਕਤ ਵੱਧ ਜਾਂਦੀ ਹੈ। ਤੇ ਜੇ ਕੋਈ ਇਕੱਲਾ ਕਵੇ ਕਿ ਨਹੀਂ ਇੱਕੋ ਦਿਨ 'ਚ ਮੈਂ ਖੁਰਾਕ ਖਾਣੀ ਹੈ ਤੇ 1 ਦਿਨ 'ਚ ਦੰਡ ਬੈਠਕ ਮਾਰ ਕੇ ਤੇ ਸਰੀਰ ਮੇਰਾ 1 ਦਿਨ 'ਚ ਤਗੜਾ ਹੋ ਜਾਊਗਾ, ਭਾਈ ਇੱਦਾਂ ਨਹੀਂ। ਜ਼ਿੰਦਗੀ ਬਹੁਤ ਸਾਧ ਸੰਗਤ ਜੀ ਔਖੀ ਹੈ। ਵੀ ਜ਼ਿੰਦਗੀ ਦੇ ਵਿੱਚ ਜੰਜਾਲ ਇਹੋ ਜਿਹੇ ਨੇ ਜਿਨ੍ਹਾਂ ਵਿੱਚੋਂ ਨਿਕਲ ਕਰਕੇ ਸਮਾਂ ਕੱਢ ਕੇ ਗੁਰੂ ਘਰ ਆਉਣਾ, ਰੋਜ਼ ਆਉਣਾ ਤਾਂ ਬਹੁਤ ਮਰਦਾਨਗੀ ਵਾਲੀ ਗੱਲ ਹੈ। ਵੀ ਐਤਵਾਰ ਦੇ ਐਤਵਾਰ ਆਉਣਾ ਵੀ ਸਾਧ ਸੰਗਤ ਜੀ ਕਈਆਂ ਵਾਸਤੇ ਔਖਾ, ਤੇ ਕਈ ਤਾਂ ਸੰਗਰਾਂਦ ਵਾਲੇ ਦਿਨ ਹੀ ਗੁਰਦੁਆਰੇ ਆਉਂਦੇ ਨੇ ਤੇ ਕਈ ਸਾਧ ਸੰਗਤ ਜੀ ਜਦੋਂ ਕੋਈ ਗੁਰਪੁਰਬ ਹੋਵੇ ਜਾਂ ਕੋਈ ਘਰੋਂ ਅਖੰਡ ਪਾਠ ਰੱਖਿਆ ਹੋਵੇ ਜਾਂ ਕੋਈ ਜਨਮ ਦਿਨ ਹੋਵੇ, ਉਹ ਸਾਲ 'ਚ 1 ਅੱਧੇ ਵਾਰ ਹੀ ਗੇੜਾ ਮਾਰਦੇ ਨੇ। ਜਾਂ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੁਰਬ ਹੋਵੇ ਜਾਂ ਫਿਰ 10ਵੇਂ ਪਾਤਸ਼ਾਹ ਦਾ ਪੁਰਬ ਹੋਵੇ, ਉਸੇ ਵੇਲੇ ਉਹ ਗੁਰਦੁਆਰੇ ਆਉਣਗੇ। ਬਾਕੀ ਸਾਰਾ ਸਾਲ ਗੁਰੂ ਘਰ ਵੜ ਕੇ ਨਹੀਂ ਵੇਖਦੇ। ਤੇ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਆਖਦੇ ਨੇ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ। ਕਹਿੰਦੇ ਜ਼ਿੰਦਗੀ ਦੇ ਵਿੱਚ 1 ਪੈਰ ਪੁੱਟਣਾ ਗੁਰੂ ਵੱਲ ਵੀ ਬਹੁਤ ਵੱਡੀ ਗੱਲ ਹੈ। ਭਾਈ ਗੁਰਦਾਸ ਜੀ ਆਖਦੇ ਨੇ, ਜੋ ਤੂੰ 1 ਪੈਰ ਵੀ ਪੁੱਟੇਗਾ ਨਾ ਗੁਰੂ ਵੱਲ ਤੇ ਗੁਰੂ ਤੈਨੂੰ ਲੈਣ ਵਾਸਤੇ ਹਜ਼ਾਰਾਂ ਕਦਮ ਤੁਰ ਕਰਕੇ ਤੇਰੇ ਕੋਲ ਆਪ ਆਵੇਗਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੀਤ ਹੈ। ਕਰੋੜਾਂ ਪੈਂਡਿਆਂ ਨੂੰ ਤੈਅ ਕਰਕੇ ਗੁਰੂ ਆਪ ਚੱਲ ਕਰਕੇ ਤੁਹਾਡੇ ਕੋਲ ਆਉਂਦਾ ਹੈ। ਚਾਚਾ ਫੱਗੂ ਜੀ ਉਹ ਸਾਧ ਸੰਗਤ ਜੀ ਬਹੁਤ ਪ੍ਰੇਮੀ ਗੁਰੂ ਘਰ ਦੇ, ਤੇ ਗੁਰੂ ਘਰ ਦੇ ਪ੍ਰੇਮੀ ਤੇ ਘਰ ਬਣਾ ਰਹੇ ਨੇ ਆਪਣਾ, ਤੇ ਮਨ ਵਿੱਚ ਇਹ ਇੱਛਾ ਹੈ ਕਿ ਗੁਰੂ ਮਹਾਰਾਜ ਆਉਣ
ਤੇ ਮੇਰੇ ਘਰ ਦੇ ਵਿੱਚ ਘੋੜੇ ਸਮੇਤ ਸਤਿਗੁਰੂ ਮਹਾਰਾਜ ਜੀ ਪ੍ਰਵੇਸ਼ ਕਰਨ, ਐਂਟਰੀ ਲੈਣ ਤੇ ਘੋੜੇ ਸਮੇਤ ਹੀ ਅੰਦਰ ਆ ਕਰਕੇ ਮੈਨੂੰ ਦਰਸ਼ਨ ਦੇਣ। ਇਹ ਚਾਚਾ ਫੱਗੂ ਜੀ ਆਪਣੇ ਮਨ ਦੇ ਵਿੱਚ ਇਹ ਭਾਵਨਾ ਰੱਖੀ ਹੋਈ ਹੈ। ਤੇ ਸਾਧ ਸੰਗਤ ਜੀ, ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਜਦੋਂ ਉਸ ਇਲਾਕੇ ਵਿੱਚ ਆਏ, ਗੁਰੂ ਮਹਾਰਾਜ ਜੀ ਨੇ ਘੋੜਾ ਲੈ ਕਰਕੇ ਸਾਧ ਸੰਗਤ ਜੀ ਸੰਗਤ ਨੂੰ ਪਿਛਾਂਹ ਛੱਡ ਕੇ ਆਪੇ ਤੁਰ ਪਏ। ਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਤੁਰ ਪਏ ਨੇ। ਤੇ ਸਤਿਗੁਰੂ ਮਹਾਰਾਜ ਜੀ ਚਾਚਾ ਫੱਗੂ ਨੇ ਜੋ ਨया ਘਰ ਬਣਾਇਆ, ਉਹਦਾ ਸਾਧ ਸੰਗਤ ਜੀ ਮੂਹਰਲਾ ਦਰਵਾਜ਼ਾ ਜਿਹੜਾ ਬੜਾ ਵੱਡਾ ਚੌੜਾ ਰੱਖਿਆ ਤਾਂ ਕਿ ਮਹਾਰਾਜ ਘੋੜੇ ਸਮੇਤ ਹੀ ਅੰਦਰ ਆਉਣ, ਘੋੜੇ ਤੋਂ ਹੇਠਾਂ ਉਤਰਨ ਦੀ ਲੋੜ ਹੀ ਨਾ ਪਵੇ। ਇਸੇ ਤਰ੍ਹਾਂ ਚਾਚਾ ਫੱਗੂ ਜੀ ਨੇ ਘਰ ਬਣਾਇਆ ਤੇ ਬਸ ਯਾਦ ਕਰਦੇ ਨੇ ਪਰਮਾਤਮਾ ਰੂਪ ਗੁਰੂ ਮਹਾਰਾਜ ਜੀ ਨੂੰ ਕਿ ਸਤਿਗੁਰੂ ਮਹਾਰਾਜ ਜੀ ਆਉਣਗੇ, ਘਰ ਵਿੱਚ ਚਰਨ ਪਾਉਣਗੇ। ਸਤਿਗੁਰੂ ਮਹਾਰਾਜ ਜੀ ਆਉਣਗੇ ਤੇ ਘਰ ਵਿੱਚ ਚਰਨ ਪਾਉਣਗੇ। ਇਸ ਤਰ੍ਹਾਂ ਮਨ ਵਿੱਚ ਇੱਛਾ ਹੀ ਰੱਖੀ ਹੈ। ਤੇ ਸਾਧ ਸੰਗਤ ਜੀ ਘੋੜੇ ਸਮੇਤ ਹੀ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਚਾਚਾ ਫੱਗੂ ਜੀ ਦੇ ਘਰ ਦੇ ਵਿੱਚ ਜਾ ਕਰਕੇ ਉਹਨਾਂ ਨੂੰ ਦਰਸ਼ਨ ਦਿੰਦੇ ਨੇ। ਇੱਕ ਵਾਰੀ ਕੋਈ ਯਾਦ ਤਾਂ ਕਰੇ, ਇੱਕ ਵਾਰੀ ਕੋਈ ਸ਼ਰਨ ਵਿੱਚ ਆਵੇ ਤਾਂ ਸਹੀ, ਇੱਕ ਵਾਰੀ ਕੋਈ ਆ ਕਰਕੇ ਗੁਰੂ ਦੀ ਸ਼ਰਨ ਵਿੱਚ ਆਣ ਕਰਕੇ ਆਪਣਾ ਸਰਬੰਸ ਵਾਰੇ ਤਾਂ ਸਹੀ। ਸਤਿਗੁਰੂ ਮਹਾਰਾਜ ਜੀ ਲੋਕ ਪਰਲੋਕ ਦੀਆਂ ਸਾਰੀਆਂ ਖੁਸ਼ੀਆਂ, ਸਾਰੀਆਂ ਮੁਰਾਦਾਂ ਪੂਰੀਆਂ ਕਰ ਦਿੰਦੇ ਹਨ। ਭਾਈ ਗੁਰਦਾਸ ਜੀ ਆਖਦੇ ਨੇ ਕੋਈ ਇੱਕ ਪੈਰ ਪੁੱਟੇ, ਸਤਿਗੁਰੂ ਮਹਾਰਾਜ ਕਰੋੜਾਂ ਪੈਂਡੇ ਤੈਅ ਕਰਕੇ ਉਹਦੇ ਵੱਲ ਤੁਰ ਕਰਕੇ ਉਹਨੂੰ ਦਰਸ਼ਨ ਦੇਣ ਵਾਸਤੇ ਆਉਂਦੇ ਹਨ। ਜਿੱਥੇ ਇੱਥੋਂ ਕਰੀਬ 22 ਕਿਲੋਮੀਟਰ ਹੈ ਹਾਂਡੀ ਸਾਹਿਬ ਗੁਰਦੁਆਰਾ, ਜਿੱਥੋਂ ਦੀ ਬਜ਼ੁਰਗ ਮਾਈ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਆਪਣੇ ਆਨੰਦ ਦੇ ਵਿੱਚ ਰੰਗ ਵਿੱਚ ਬੈਠ ਕਰਕੇ ਯਾਦ ਕਰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯਾਦ ਕਰਦੀ ਹੈ। ਤੇ ਸਾਧ ਸੰਗਤ ਜੀ ਬਾਲਾ ਪ੍ਰੀਤਮ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਪਟਨਾ ਨੂੰ ਛੱਡ ਕਰਕੇ ਪੰਜਾਬ ਵੱਲ ਜਾਂਦੇ ਨੇ ਤੇ ਰਸਤੇ ਵਿੱਚ ਸਾਧ ਸੰਗਤ ਜੀ ਉਸ ਬਜ਼ੁਰਗ ਮਾਤਾ ਨੂੰ ਦਰਸ਼ਨ ਦੇਣ ਵਾਸਤੇ ਸਤਿਗੁਰੂ ਮਹਾਰਾਜ ਜੀ ਆਪ ਚੱਲ ਕਰਕੇ ਬਜ਼ੁਰਗ ਮਾਈ ਕੋਲ ਜਾਂਦੇ ਨੇ, ਦਰਸ਼ਨ ਦਿੰਦੇ ਨੇ। ਤੇ ਉਹਦੀ ਹੱਥ ਦੀ ਬਣੀ ਹਾਂਡੀ ਦੇ ਵਿੱਚ ਜਿਹੜੀ ਖਿਚੜੀ ਹੈ, ਉਹ ਖਿਚੜੀ ਖਾ ਕਰਕੇ ਸਤਿਗੁਰੂ ਮਹਾਰਾਜ ਜੀ ਉਹਦਾ ਲੋਕ ਪਰਲੋਕ ਸਵਾਰਦੇ ਨੇ। ਇਸ ਤਰ੍ਹਾਂ ਕੋਈ ਚਿੱਤ ਦੇ ਵਿੱਚ ਯਾਦ ਕਰੇ, ਸਿਮਰਨ ਕਰੇ, ਗੁਰੂ ਮਹਾਰਾਜ ਆਪ ਕਰੋੜਾਂ ਪੈਂਡੇ ਤੈਅ ਕਰਕੇ ਆਪਣੇ ਸਿੱਖ ਨੂੰ ਦਰਸ਼ਨ ਦੇਣ ਵਾਸਤੇ, ਉਹਦੇ ਕਾਰਜ ਕਰਨ ਵਾਸਤੇ ਗੁਰੂ ਮਹਾਰਾਜ ਆਪ ਚੱਲ ਕਰਕੇ ਆਉਂਦੇ ਹਨ। ਅੱਗੇ ਭਾਈ ਗੁਰਦਾਸ ਜੀ ਆਖਦੇ ਨੇ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਕਿਨ ਇੱਕ ਵਾਰੀ ਜਿਹੜਾ ਕੋਈ ਸਤਿਗੁਰੂ ਦੇ ਮੰਤਰ ਨੂੰ ਸਿਮਰਨ ਕਰ ਲਵੇ, ਇੱਕ ਵਾਰੀ ਵਾਹਿਗੁਰੂ ਕਹਿ ਲਵੇ, ਇੱਕ ਵਾਰੀ ਪਰਮਾਤਮਾ ਦਾ ਧੰਨਵਾਦ ਕਰ ਲਵੇ, ਇੱਕ ਵਾਰੀ ਪਰਮਾਤਮਾ ਨੂੰ ਯਾਦ ਕਰੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬੜਾ ਸੋਹਣਾ ਕਹਿੰਦੇ ਨੇ, ਬਚਨ ਹੈ ਸ੍ਰੀ ਦਸਮ ਗ੍ਰੰਥ ਸਾਹਿਬ 'ਚ, ਏਕ ਚਿਤ ਜਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨ ਆਇਓ। ਇੱਕ ਚਿੱਤ, ਇੱਕ ਸੈਕਿੰਡ ਕੋਈ ਆਪਣੇ ਸਤਿਗੁਰਾਂ ਨੂੰ ਯਾਦ ਕਰ ਲਵੇ ਹਿਰਦੇ ਦੇ ਵਿੱਚ। ਏਕ ਚਿਤ ਜਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨ ਆਇਓ। ਉਹ ਫਿਰ ਸਾਧ ਸੰਗਤ ਜੀ ਮੌਤ ਉਹਦੇ ਲਾਗੇ ਨਹੀਂ ਆਉਂਦੀ,
ਜਿਹੜਾ ਇਕਾਗਰ ਚਿਤ ਹੋ ਕਰਕੇ ਇੱਕ ਛਿਣ ਵਾਸਤੇ ਵੀ ਜੇ ਵਾਹਿਗੁਰੂ ਨੂੰ ਯਾਦ ਕਰ ਲਵੇ। ਭਾਈ ਗੁਰਦਾਸ ਜੀ ਇੱਥੇ ਆਖਦੇ ਨੇ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਇੱਕ ਵਾਰੀ ਗੁਰੂ ਨੂੰ ਯਾਦ ਕਰੋ, ਗੁਰੂ ਤੁਹਾਨੂੰ ਵਾਰ-ਵਾਰ ਯਾਦ ਕਰਦਾ ਜੇ। ਇਸ ਤਰ੍ਹਾਂ ਸਾਧ ਸੰਗਤ ਜੀ, ਕਈ ਪ੍ਰੇਮੀ ਜਿਹੜੇ ਨੇ ਉਹ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਅੱਧੀ ਤੋਂ ਵੱਧ ਉਮਰ ਲੰਘ ਗਈ ਹੈ ਤੇ ਪਟਨਾ ਸਾਹਿਬ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਵੀ ਨਹੀਂ ਆਏ। ਉਹ ਫਿਰ ਟੀਵੀ ਤੇ ਵੇਖ ਕਰਕੇ ਪਟਨਾ ਸਾਹਿਬ ਦੇ ਦਰਸ਼ਨ ਕਰਦੇ ਨੇ, ਫਿਰ ਮਨ 'ਚ ਇੱਛਾ ਰੱਖਦੇ ਨੇ ਕਿ ਪਟਨਾ ਸਾਹਿਬ ਜਾਈਏ, ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ। ਉਹ ਘਰੇ ਬੈਠ ਕਰਕੇ ਫੁਰਨਾ ਹੀ ਕਰਦੇ ਨੇ, ਵੇਖ ਕਰਕੇ ਕਿ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੀਏ। ਫਿਰ ਸਬਬ ਇਹੋ ਜਿਹਾ ਬਣ ਜਾਂਦਾ ਹੈ ਕਿ ਸਾਧ ਸੰਗਤ ਜੀ ਸਾਰਾ ਪਰਿਵਾਰ ਲੈ ਕਰਕੇ ਤਖਤ ਸਾਹਿਬ ਵਿਖੇ ਆਣ ਕਰਕੇ ਦਰਸ਼ਨ ਕਰਦੇ ਨੇ ਤੇ ਆਪਣਾ ਲੋਕ ਪਰਲੋਕ ਸਵਾਰਦੇ ਹਨ। ਗੱਲ ਸ਼ੁਰੂਆਤ ਤਾਂ ਸਿਮਰਨ ਤੋਂ ਹੋਈ ਸੀ। ਦਰਸ਼ਨ ਕੀਤੇ, ਸਿਮਰਨ ਕੀਤਾ, ਇੱਕ ਵਾਰ ਯਾਦ ਕੀਤਾ ਬਾਲਾ ਪ੍ਰੀਤਮ ਜੀ ਨੂੰ, ਤੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹੋ ਜਿਹਾ ਸਬਬ ਬਣਾਇਆ ਕਿ ਸਾਧ ਸੰਗਤ ਜੀ ਹੁਣ ਹਰ ਸਾਲ ਦਰਸ਼ਨ ਕਰਨ ਦੀ ਇੱਛਾ ਮਨ ਵਿੱਚ ਪੈਦਾ ਹੋਈ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਇੱਕ ਵਾਰੀ ਗੁਰੂ ਨੂੰ ਯਾਦ ਕਰ ਲਓ, ਗੁਰੂ ਮਹਾਰਾਜ ਤੁਹਾਨੂੰ ਵਾਰ-ਵਾਰ ਯਾਦ ਕਰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਣੇ ਸਿੰਘਾਸਨ ਤੇ ਬੈਠੇ ਤੇ ਪੋਟਿਆਂ ਦੇ ਉੱਤੇ ਕੁਝ ਗਿਣ ਰਹੇ ਨੇ, ਗਿਣਤੀ ਕਰ ਰਹੇ ਨੇ, ਸਿਮਰਨ ਕਰ ਰਹੇ ਨੇ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੋਵੇਂ ਹੱਥ ਜੋੜ ਕੇ ਆਖਦੇ ਨੇ, ਕਹਿੰਦੇ ਮਹਾਰਾਜ, ਕਹਿੰਦੇ ਸਾਰੀ ਦੁਨੀਆ ਤੁਹਾਨੂੰ ਯਾਦ ਕਰਦੀ ਹੈ, ਕਿ ਤੁਸੀਂ ਕਿਹਨਾਂ ਦਾ ਸਿਮਰਨ ਕਰ ਰਹੇ ਹੋ? ਇਹ ਪੋਟਿਆਂ ਤੇ ਕੀ ਗਿਣਤੀ ਮਿਣਤੀ ਹੋ ਰਹੀ ਹੈ? ਗੁਰੂ ਮਹਾਰਾਜ ਮੁਸਕਰਾਏ, ਕਹਿਣ ਲੱਗੇ, ਦਇਆ ਸਿੰਘਾ, ਕਹਿੰਦੇ ਜਿਹੜੇ ਭਾਈ ਸਾਨੂੰ ਯਾਦ ਕਰਦੇ ਨੇ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਈ ਸਿਮਰਨ ਦੇ ਵਿੱਚ ਬੜੀ ਤਾਕਤ ਹੈ, ਸਿਮਰਨ ਦੇ ਵਿੱਚ ਬੜੀਆਂ ਬਰਕਤਾਂ ਨੇ। ਕੋਈ ਸਿਮਰਨ ਕਰੇ ਤਾਂ ਸਹੀ, ਸਿਮਰਨ ਨੂੰ ਮੁੱਖ ਰੱਖੇ, ਫਸਟ ਪ੍ਰੈਫਰੈਂਸ ਸਿਮਰਨ ਨੂੰ ਦੇਵੇ, ਪਹਿਲਾ ਕੰਮ ਸਿਮਰਨ ਕਰੇ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਗੁਰੂ ਹੇਤ ਕਰਕੇ ਉਸ ਸਿੱਖ ਦੇ ਤਾਈਂ ਵਾਰ-ਵਾਰ ਸਿਮਰਨ ਕਰਦੇ ਨੇ, ਉਹਨੂੰ ਯਾਦ ਕਰਵਾਉਂਦੇ ਨੇ। ਇਸ ਤਰ੍ਹਾਂ ਸਤਿਗੁਰਾਂ ਦਾ ਬਿਰਧ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕੋਈ ਭਾਵਨਾ ਦੇ ਨਾਲ ਗੁਰੂ ਦੇ ਸਾਧ ਸੰਗਤ ਜੀ ਇੱਕ ਕੌਡੀ ਵੀ ਮੱਥਾ ਟੇਕੇ। ਕਈ ਵਾਰੀ ਮੱਥਾ ਟੇਕਣ ਲੱਗਿਆਂ ਜੇਬ ਵਿੱਚ ਸਾਧ ਸੰਗਤ ਜੀ ਕੌਡੀ ਵੀ ਨਹੀਂ ਹੁੰਦੀ। ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਹੈ, ਬੰਦਾ ਬਟੂਆ ਲੈ ਕਰਕੇ ਨਹੀਂ ਆਇਆ ਹੁੰਦਾ, ਜਾਂ ਫਿਰ ਇਸ ਤਰ੍ਹਾਂ ਦੀ ਪਰਿਸਥਿਤੀ, ਇਸ ਤਰ੍ਹਾਂ ਦਾ ਵਿਵਹਾਰ ਬਣ ਜਾਂਦਾ ਹੈ ਵੀ ਜੇਬ 'ਚ ਨਹੀਂ ਪੈਸੇ ਹੁੰਦੇ। ਪਰ ਗੁਰੂ ਮਹਾਰਾਜ ਆਖਦੇ ਨੇ ਭਾਈ ਗੁਰਦਾਸ ਜੀ ਦੇ ਮੁਖਾਰ ਬਿੰਦ ਤੋਂ, ਕਹਿੰਦੇ ਭਾਈ ਜੇ ਕੋਈ ਪ੍ਰੇਮ ਦੇ ਨਾਲ ਇੱਕ ਕੌਡੀ ਵੀ ਮੱਥਾ ਟੇਕ ਦੇਵੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਕੋਈ ਗੁਰੂ ਨੂੰ ਪਿਆਰ ਦੇ ਨਾਲ ਅਦਬ ਸਤਿਕਾਰ ਸਹਿਤ ਮੱਥਾ ਟੇਕ ਦੇਵੇ, ਸਤਿਗੁਰੂ ਮਹਾਰਾਜ ਜੀ ਉਹਨੂੰ ਸਾਰੀਆਂ ਨਿਧੀਆਂ,
ਸਾਰੇ ਖਜ਼ਾਨੇ ਜਿਹੜੇ ਨੇ ਆਪਣੇ ਦਰ ਦੇ ਖੋਲ ਦਿੰਦੇ ਨੇ ਉਹਦੇ ਵਾਸਤੇ। ਇੱਕ ਸਿੱਖ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਣ ਆਇਆ। ਮੱਥਾ ਟੇਕਣ ਲੱਗਿਆ ਨਾਲੇ ਮੱਥਾ ਟੇਕਿਆ, ਨਾਲੇ ਇੱਕ ਫੁੱਲ ਜਿਹੜਾ ਹੈ ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਉਹਨੇ ਅਰਪਣ ਕੀਤਾ। ਗੁਰੂ ਮਹਾਰਾਜ ਨੇ ਵੇਖਿਆ, ਵੇਖ ਕਰਕੇ ਉਸ ਸਿੱਖ ਨੂੰ ਆਖਦੇ ਨੇ, ਕਹਿੰਦੇ ਗੁਰਮੁਖਾ ਇਹ ਫੁੱਲ ਕਿਉਂ ਮੱਥਾ ਟੇਕਿਆ ਹੈ? ਸਿੱਖ ਆਖਦਾ ਹੈ ਗੁਰੂ ਮਹਾਰਾਜ ਮੇਰੇ ਕੋਲ ਮੱਥਾ ਟੇਕਣ ਵਾਸਤੇ ਮਾਇਆ ਨਹੀਂ ਸੀ, ਪੈਸੇ ਨਹੀਂ ਸਨ, ਇਸ ਕਰਕੇ ਸੋਚਿਆ ਗੁਰੂ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਇਸ ਕਰਕੇ ਦਰਖਤ ਤੋਂ ਇੱਕ ਫੁੱਲ ਤੋੜ ਕਰਕੇ ਆਪ ਜੀ ਦੇ ਚਰਨਾਂ ਵਿੱਚ ਅਰਪਣ ਕੀਤਾ ਹੈ। ਸਤਿਗੁਰੂ ਮਹਾਰਾਜ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਖਦੇ ਨੇ, ਕਹਿੰਦੇ ਨੇ ਸਿੱਖਾ, ਕਹਿੰਦੇ ਅੱਗੇ ਤੋਂ ਫੁੱਲ ਤੋੜ ਕੇ ਮੈਨੂੰ ਭੇਟ ਨਾ ਕਰਿਆ ਕਰੀ। ਕਹਿੰਦੇ ਮੈਂ ਤਾਂ ਇਹ ਵੇਖਦਾ ਵੀ ਤੇਰੇ ਮਨ ਦੀ ਭਾਵਨਾ ਕੀ ਹੈ, ਤੇਰੇ ਮਨ ਦਾ ਪ੍ਰੇਮ ਕੀ ਹੈ। ਪ੍ਰੇਮ ਨਾਲ ਕੋਈ ਮੱਥਾ ਟੇਕ ਦਵੇ ਉਹੀ ਮੈਨੂੰ ਪ੍ਰਵਾਨ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਖਦੇ ਨੇ, ਕੋਈ ਪ੍ਰੇਮ ਨਾਲ, ਅਦਬ ਨਾਲ, ਸਤਿਕਾਰ ਨਾਲ ਮੱਥਾ ਟੇਕ ਦਵੇ, ਕਹਿੰਦੇ ਉਹ ਵੀ ਮੈਨੂੰ ਪ੍ਰਵਾਨ ਹੈ। ਇਸ ਕਰਕੇ ਭਾਈ ਗੁਰਦਾਸ ਜੀ ਆਖਦੇ ਨੇ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ। ਕੋਈ ਭਗਤੀ ਸਹਿਤ ਹਿਰਦਾ ਪ੍ਰੇਮ ਦੇ ਨਾਲ ਭਰਿਆ ਹੋਵੇ, ਖਾਲੀ ਨਾ ਹੋਵੇ, ਸਖਣਾ ਨਾ ਹੋਵੇ, ਬੱਧਾ ਚਿੱਟੀ ਮੱਥਾ ਨਾ ਟੇਕੇ ਵੀ ਆਇਆ ਛੇਤੀ ਦੇ ਨਾਲ, ਛੇਤੀ ਛੇਤੀ ਮੱਥਾ ਟੇਕਿਆ, ਛੇਤੀ ਛੇਤੀ ਪਰਿਕਰਮਾ ਕੀਤੀ, ਛੇਤੀ ਛੇਤੀ ਬੈਠ ਗਏ। ਨਹੀਂ ਭਾਈ, ਗੁਰੂ ਘਰ ਦੇ ਵਿੱਚ ਸਹਿਜ ਦੇ ਨਾਲ ਤੁਰ ਕੇ, ਸਹਿਜਤਾ ਦੇ ਨਾਲ, ਬੜੇ ਆਰਾਮ ਨਾਲ ਦੋਵੇਂ ਹੱਥ ਧਰਤੀ ਤੇ ਲਾ ਕਰਕੇ ਐਂ ਵਿਚਕਾਰ ਟਿਕਾ ਕੇ ਮੱਥਾ ਟੇਕੇ, ਗੁਰੂ ਮਹਾਰਾਜ ਜੀ ਨੂੰ ਯਾਦ ਕਰੇ ਦਿਲ ਦੀ ਗਹਿਰਾਈ ਦੇ ਨਾਲ। ਫਿਰ ਮੱਥਾ ਟੇਕ ਕਰਕੇ ਖੜਾ ਹੋ ਕਰਕੇ ਫਿਰ ਸਾਧ ਸੰਗਤ ਜੀ ਵਾਹਿਗੁਰੂ ਦੇ ਦਰਸ਼ਨ ਕਰੇ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ, ਅੱਖਾਂ ਖੋਲ ਕੇ ਪਰਿਕਰਮਾ ਕਰੇ, ਸੰਗਤ ਦੇ ਦਰਸ਼ਨ ਕਰੇ, ਮੱਥਾ ਟੇਕੇ। ਤੇ ਇਸ ਤਰ੍ਹਾਂ ਸਾਧ ਸੰਗਤ ਜੀ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, ਉਹਨੂੰ ਸਤਿਗੁਰੂ ਮਹਾਰਾਜ ਜੀ ਸਾਰੇ ਨਿਧਾਨ ਕਹਿੰਦੇ ਨੇ, ਖਜ਼ਾਨੇ ਬਖਸ਼ ਦਿੰਦੇ ਹਨ। ਉਹਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਜਿਹੜਾ ਭਾਈ ਭਾਵਨਾ ਦੇ ਨਾਲ, ਪ੍ਰੇਮ ਦੇ ਸਹਿਤ ਕੋਈ ਆਣ ਕਰਕੇ ਗੁਰੂ ਨੂੰ ਮੱਥਾ ਟੇਕ ਦਵੇ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸਤਿਗੁਰੂ ਮਹਾਰਾਜ ਜੀ ਦਇਆ ਦੇ ਨਿਧ ਕਹਿੰਦੇ ਨੇ ਸਮੁੰਦਰ ਹਨ। ਕਿੰਨੀ ਕੁ ਦਇਆ ਦੇ ਨਾਲ ਹਿਰਦਾ ਭਰਿਆ ਹੋਇਆ ਹੈ ਗੁਰੂ ਮਹਾਰਾਜ ਜੀ ਦਾ, ਕਿ ਸਾਧ ਸੰਗਤ ਜੀ 80 ਲੱਖ ਔਗੁਣ ਸਾਡੇ ਵਿੱਚ ਹੋਣ ਤਾਂ ਵੀ ਗੁਰੂ ਮਹਾਰਾਜ ਸਾਨੂੰ ਬਖਸ਼ ਲੈਂਦੇ ਨੇ। ਹਜ਼ਾਰ ਗਲਤੀਆਂ ਕਰ ਲਈਏ ਫਿਰ ਵੀ ਸਤਿਗੁਰੂ ਮਹਾਰਾਜ ਜੀ ਸਾਨੂੰ ਬਖਸ਼ ਦਿੰਦੇ ਨੇ। ਫਿਰ ਵੀ ਸਤਿਗੁਰੂ ਮਹਾਰਾਜ ਜੀ ਸਾਡੀਆਂ ਅਰਦਾਸਾਂ ਸੁਣਦੇ ਨੇ, ਜਾਣਦੇ ਨੇ ਸਾਡੇ ਵਿੱਚ ਕੀ ਔਗੁਣ ਹਨ। ਗੁਰੂ ਮਹਾਰਾਜ ਜਾਣਦੇ ਨੇ ਸਾਡੇ ਮਨ ਦੀ ਹਾਲਤ ਕੀ ਹੈ। ਗੁਰੂ ਮਹਾਰਾਜ ਜਾਣਦੇ ਨੇ ਕਿ ਅਸੀਂ ਕਿੰਨੇ ਕੁ ਵੱਡੇ ਪਾਪੀ ਹਾਂ, ਕਿੰਨੇ ਕੁ ਵੱਡੇ ਹਤਿਆਰੇ ਹਾਂ। ਸਤਿਗੁਰੂ ਮਹਾਰਾਜ ਜੀ ਜਾਣਦੇ ਨੇ, ਪਰ ਫਿਰ ਵੀ ਗੁਰੂ ਮਹਾਰਾਜ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ। ਗੁਰੂ ਦੀ ਮਹਿਮਾ ਅਗਾਧ ਬੋਧ ਹੈ। ਡੂੰਘੇ ਤੋਂ ਡੂੰਘੇ ਨੇ ਤੇ ਨਿਰਹਲ ਨੇ, ਗਹਿਰ ਗੰਭੀਰ ਹਨ ਸਤਿਗੁਰੂ ਮਹਾਰਾਜ ਜੀ। ਤੇ ਭਾਈ ਗੁਰਦਾਸ ਜੀ ਆਖਦੇ ਨੇ, ਨਮੋ 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 ਨੇਤ 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 ਹੈ। ਐਸੇ ਦਇਆ ਦੇ ਸਾਗਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਵਾਰ-ਵਾਰ 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 ਨਮਸਕਾਰ ਕਰੀਏ, ਵਾਰ-ਵਾਰ ਡੰਡੌਤ ਬੰਦਨਾ ਕਰੀਏ।
ਤੇ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਕਰੀਏ ਕਿ ਗੁਰੂ ਮਹਾਰਾਜ ਆਪ ਜੀ ਨੇਤ 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 ਹੈ, ਭਾਵ ਆਪ ਜੀ ਬੇਅੰਤ ਹੋ ਬੇਅੰਤ ਹੋ ਬੇਅੰਤ ਹੋ। ਨਾ ਇਤੀ ਦਾ ਭਾਵ ਇਤੀ ਨਹੀਂ ਹੁੰਦੀ, ਆਪ ਜੀ ਦੀ ਅੰਤ ਨਹੀਂ ਹੁੰਦਾ। ਆਪ ਜੀ ਬੇਅੰਤ ਹੋ, ਆਪ ਜੀ ਬੇਅੰਤ ਹੋ, ਆਪ ਜੀ ਦੀ ਮਹਿਮਾ ਅਗਾਧ ਬੋਧ ਹੈ। ਇਸ ਕਰਕੇ ਵਾਰ-ਵਾਰ ਆਪ ਜੀ ਦੇ ਚਰਨਾਂ ਦੇ ਵਿੱਚ ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਉਸ ਪਰਮੇਸ਼ਰ ਦੇ ਚਰਨਾਂ ਵਿੱਚ ਵਾਰ-ਵਾਰ ਨਮਸਕਾਰ ਕਰੀਏ, ਜੋ ਦਇਆ ਦੇ ਸਾਗਰ ਹਨ, ਜੋ ਸਾਧ ਸੰਗਤ ਜੀ ਜਿਨ੍ਹਾਂ ਦੀ ਮਹਿਮਾ ਅਗਾਧ ਬੋਧ ਹੈ, ਉਹਨਾਂ ਦੀ ਮਹਿਮਾ ਕਥਨ ਤੋਂ ਪਰੇ ਹੈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਅਗਲਾ ਕਬਿਤ ਉਚਾਰਦੇ ਨੇ, ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੋਏ, ਓਨ ਮਨ ਓਨ ਮਤ ਬਿਸਮ ਵਿਸ਼ਵਾਸ ਹੈ। ਸੰਗਤ ਦੇ ਹਿਰਦੇ ਦੇ ਵਿੱਚ ਤੀਵਰ ਇੱਛਾ ਪੈਦਾ ਕਰਨ ਵਾਸਤੇ ਦਇਆ ਦੇ ਘਰ ਸਤਿਗੁਰੂ ਮਹਾਰਾਜ ਜੀ ਦੁਆਰਾ ਜੋ ਵਿਵੇਕ ਗਿਆਨ ਬ੍ਰਹਮ ਦਾ ਪੈਦਾ ਹੁੰਦਾ ਹੈ, ਜਿਸ ਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੋਇਆ ਹੈ, ਐਸੇ ਗੁਰਸਿੱਖਾਂ ਦੀ ਦਸ਼ਾ ਭਾਈ ਗੁਰਦਾਸ ਜੀ ਕਥਨ ਕਰਦੇ ਨੇ। ਪ੍ਰੇਮ ਰਸ ਹਿਰਦਾ ਪ੍ਰੇਮ ਦੇ ਨਾਲ ਲੱਬਾ ਲੱਭ ਭਰਿਆ ਹੋਇਆ ਹੈ। ਅੰਮ੍ਰਿਤ ਨਿਧਾਨ ਪਾਨ ਪੂਰਨ ਹੋਏ, ਮੌਤ ਤੋਂ ਰਹਿਤ ਜਿਹੜਾ ਪਰਮੇਸ਼ਰ ਦਾ ਨਾਮ ਹੈ, ਉਹ ਸਾਧ ਸੰਗਤ ਜੀ ਸਾਰਿਆਂ ਖਜ਼ਾਨਿਆਂ ਦਾ ਸਮੁੰਦਰ ਹੈ। ਤੇ ਉਸ ਨਾਮ ਅੰਮ੍ਰਿਤ ਨੂੰ ਪੀ ਕਰਕੇ ਪੂਰਨ ਹੋਏ, ਪਰਿਪੂਰਨ ਹੋ ਗਏ ਆ, ਭਾਵ ਬ੍ਰਹਮ ਦੀ ਦਾਤ, ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਗਈ ਹੈ। ਓਨ ਮਨ ਓਨ ਮਤ ਬਿਸਮ ਵਿਸ਼ਵਾਸ ਹੈ। ਤੇ ਮਨ ਦੀ ਦਸ਼ਾ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਦਰਸ਼ਨ ਦੇਖਤ ਸੁਧ ਕੀ ਨ ਸੁਧ ਰਹੀ, ਬੁੱਧ ਕੀ ਨ ਬੁੱਧ ਰਹੀ, ਮਤ ਮੈਂ ਨ ਮਤ ਹੈ। ਸਤਿਗੁਰੂ ਦੇ ਦਰਸ਼ਨ ਕਰਕੇ, ਨਾਮ ਅੰਮ੍ਰਿਤ ਨੂੰ ਪੀ ਕਰਕੇ ਮਨ ਜਿਹੜਾ ਹੈ ਇੱਕ ਅਕਹਿ ਅਵਸਥਾ ਦੇ ਵਿੱਚ ਪਹੁੰਚ ਗਿਆ ਹੈ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਉਸ ਅਵਸਥਾ ਦੇ ਮਾਲਕ ਬਣ ਗਏ ਹਾਂ ਤੇ ਹੈਰਾਨ ਹੋ ਗਏ ਹਾਂ। ਤੇ ਸਾਧ ਸੰਗਤ ਜੀ ਉਸ ਪਰਮਾਤਮਾ ਦੇ ਦਰਸ਼ਨ ਦੀਦਾਰ, ਉਹਦੀ ਗੁਪਤ ਸ੍ਰਿਸ਼ਟੀ ਨੂੰ ਵੇਖ ਕਰਕੇ ਮਨ ਵਿੱਚ ਜੋ ਸ਼ੰਕੇ ਸਨ, ਸਾਰੇ ਸ਼ੰਕੇ ਨਿਰਵਿਰਤ ਹੋ ਗਏ ਨੇ। ਵਿਸ਼ਵਾਸ ਪੈਦਾ ਹੋ ਗਿਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਜਿਹੜੀ ਹੈ ਉਹ ਸਾਰੇ ਪਾਸੇ ਪਸਰ ਰਹੀ ਹੈ, ਵੀ ਸੱਚੀ ਮੁੱਚੀ ਵਾਹਿਗੁਰੂ ਹੈਗਾ। ਇਹ ਕੋਈ ਝੂਠੀ ਗੱਲ ਨਹੀਂ, ਇਹ ਕੋਈ ਕਾਲਪਨਿਕ ਗੱਲ ਨਹੀਂ ਹੈ, ਵੀ ਸੱਚੀ ਮੁੱਚੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹਨ। ਪਰ ਜਿਨ੍ਹਾਂ ਨੇ ਸਾਧ ਸੰਗਤ ਜੀ ਨਾਮ ਅੰਮ੍ਰਿਤ ਨੂੰ ਪੀਤਾ ਹੈ ਤੇ ਉਹਨਾਂ ਦਾ ਹਿਰਦਾ ਪ੍ਰੇਮ ਰਸ ਦੇ ਨਾਲ ਗਦਗਦ ਹੋ ਉੱਠਿਆ ਹੈ, ਉਹ ਨਾਮ ਅੰਮ੍ਰਿਤ ਨੂੰ ਪੀ ਕਰਕੇ ਬ੍ਰਹਮ ਸਰੂਪ ਹੋ ਗਏ ਹਨ। ਉਹਨਾਂ ਦੀ ਦਸ਼ਾ ਅਵਸਥਾ ਮਨ ਦੀ ਇਹੋ ਜਿਹੀ ਹੋ ਗਈ ਹੈ ਕਿ ਸਾਧ ਸੰਗਤ ਜੀ ਉਹਨਾਂ ਨੇ ਇਹੋ ਜਿਹੇ ਲਿਸ਼ਕਾਰੇ, ਇਹੋ ਜਿਹਾ ਪ੍ਰਕਾਸ਼ ਦਿਸ ਪੈਂਦਾ ਹੈ ਜੋ ਨਾ ਕੋਈ ਕਹਿ ਸਕਦਾ ਹੈ ਤੇ ਨਾ ਹੀ ਕਿਸੇ ਦੇ ਤਾਈਂ ਕੋਈ ਦੱਸ ਸਕਦਾ ਹੈ। ਆਤਮ ਤਰੰਗ ਬਹੁ ਰੰਗ ਅੰਗ ਅੰਗ ਛਬ, ਅਨਕ ਅਨੂਪ ਰੂਪ ਊਪ ਕੋ ਪ੍ਰਗਾਸ ਹੈ। ਕਹਿੰਦੇ ਨੇ ਆਤਮ ਤਰੰਗ ਬਹੁ ਰੰਗ ਅਨੰਤ ਭਾਂਤ, ਭਾਂਤ ਭਾਂਤ ਦੀਆਂ ਆਤਮਾ ਦੇ ਵਿੱਚ ਤਰੰਗਾ, ਆਤਮਿਕ ਮੌਜਾਂ ਹੁਲਾਰੇ ਜਿਹੜੇ ਨੇ, ਚਮਤਕਾਰ ਜਿਹੜੇ ਨੇ ਉਹ ਉਤਪੰਨ ਹੁੰਦੇ ਹਨ। ਇਸ ਤਰ੍ਹਾਂ ਦੇ ਆਤਮਿਕ ਹੁਲਾਰੇ ਪੈਦਾ ਹੁੰਦੇ ਨੇ। ਇੰਨਾ ਕੁ ਆਨੰਦ ਦੇ ਵਿੱਚ, ਮਸਤੀ ਦੇ ਵਿੱਚ ਬੰਦਾ ਬੈਠਦਾ ਹੈ ਤੇ ਐ ਚਿਹਰਾ ਖਿੜਿਆ ਹੋਇਆ ਮੁਸਕਰਾਉਂਦਾ ਹੈ। ਮਹਾਪੁਰਸ਼ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਪੁਰਸ਼ਾਂ ਕੋਲ
ਉਹਨਾਂ ਦੇ ਵਿਦਿਆਰਥੀ ਆਏ ਤੇ ਕਹਿਣ ਲੱਗੇ, ਮਹਾਰਾਜ ਮਹਾਂਪੁਰਸ਼ੋ, ਵੀ ਆਹ ਜਿਹੜੀ ਗੁਰਬਾਣੀ ਦੀ ਤੁਕ ਹੈ, ਬਾਣੀ ਦੀ ਪੰਕਤੀ ਹੈ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨਹਰ ਜਾਪਤ ਹੈ ਨਹੀਂ ਹੋਰ। ਜੋ ਵੀ ਸੰਸਾਰ ਦੇ ਵਿੱਚ ਇਹ ਹਿਰਨਾ ਤੇ ਪੰਛੀ ਤੇ ਜਲ ਦੇ ਜੀਵ ਜੰਤੂ ਜਿਹੜੇ ਨੇ, ਇਹ ਜੋ ਵੀ ਆਵਾਜ਼ਾਂ ਕਰ ਰਹੇ ਨੇ, ਇਹ ਸਾਰੀਆਂ ਆਵਾਜ਼ਾਂ ਜਿਹੜੀਆਂ ਨੇ ਪਰਮੇਸ਼ਰ ਦੇ ਨਾਮ ਦੀ ਹੀ ਆਵਾਜ਼ ਹੈ। ਇਹਨਾਂ ਸਾਰੀਆਂ ਆਵਾਜ਼ਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਵੀ ਗੂੰਜ ਰਿਹਾ ਹੈ। ਤੇ ਕਿਵੇਂ ਹੋ ਸਕਦਾ ਹੈ? ਕੋਇਲ ਦੀ ਆਵਾਜ਼ ਵੱਖਰੀ ਹੈ, ਹਿਰਨ ਦੀ ਆਵਾਜ਼ ਵੱਖਰੀ ਹੈ, ਵੱਖੋ ਵੱਖਰੇ ਪੰਛੀਆਂ ਦੀ ਆਵਾਜ਼ ਵੱਖਰੀਆਂ ਨੇ, ਸ਼ੇਰ ਦੀ ਆਵਾਜ਼ ਵੱਖਰੀ ਹੈ, ਗਿੱਦੜ ਦੀ ਆਵਾਜ਼ ਵੱਖਰੀ ਹੈ, ਹਰੇਕ ਦੀ ਆਵਾਜ਼ ਵੱਖਰੀ ਹੈ। ਇੱਕ ਪੰਛੀ ਹੈ, ਉਹ ਕਰੀਬ 100 ਤੋਂ ਵੱਧ ਵੱਖਰੀਆਂ ਵੱਖਰੀਆਂ ਆਪ ਇਕੱਲਾ ਹੀ ਆਵਾਜ਼ ਕੱਢਦਾ ਫਿਰਦਾ ਹੈ। ਕਹਿੰਦੇ ਕਿ ਇਹ ਸਾਰੀਆਂ ਆਵਾਜ਼ਾਂ ਵਾਹਿਗੁਰੂ ਦਾ ਸਿਮਰਨ ਹੀ ਹੋ ਰਿਹਾ ਹੈ ਸਾਰੇ ਪਾਸੇ। ਇਹ ਕਿਵੇਂ ਹੋ ਸਕਦਾ ਹੈ? ਜਦੋਂ ਇਸ ਤਰ੍ਹਾਂ ਮਨ ਵਿੱਚ ਸਵਾਲ ਪੈਦਾ ਹੋਇਆ ਤੇ ਮਹਾਂਪੁਰਖ ਆਖਦੇ ਨੇ, ਜਾਓ ਸਿੰਘੋ, ਜਾ ਕੇ ਕੇਸ਼ੀ ਇਸ਼ਨਾਨ ਕਰਕੇ ਆਓ। ਜਾ ਕੇ ਕੇਸ਼ੀ ਇਸ਼ਨਾਨ ਕੀਤਾ। ਕੇਸ਼ੀ ਇਸ਼ਨਾਨ ਕਰਕੇ ਸੁੱਚੇ ਬਸਤਰ ਪਾ ਕੇ ਆਏ। ਕਹਿੰਦੇ ਆ ਗਏ ਸਾਰੇ? ਕਹਿੰਦੇ ਹਾਂ ਮਹਾਂਪੁਰਸ਼ੋ। ਕਹਿੰਦੇ ਅਰਦਾਸ ਕਰੋ। ਅਰਦਾਸ ਵਿੱਚ ਸਾਰੇ ਸਿੰਘ ਖਲੋ ਗਏ। ਅਰਦਾਸ ਕੀਤੀ ਮਹਾਂਪੁਰਸ਼ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ। ਅਰਦਾਸ ਕੀਤੀ ਕਿ ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਸਿੱਖਾਂ ਨੇ ਇਸ ਬਾਣੀ ਦੀ ਤੁਕ ਤੇ ਸ਼ੰਕਾ ਪ੍ਰਗਟ ਕੀਤਾ ਹੈ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨਹਰ ਜਾਪਤ ਹੈ ਨਹੀਂ ਹੋਰ। ਇਸ ਕਰਕੇ ਕਿਰਪਾ ਕਰੋ, ਇਹਨਾਂ ਨੂੰ ਆਤਮਿਕ ਦਸ਼ਾ ਬਖਸ਼ ਕਰਕੇ ਇਸ ਪੰਕਤੀ ਦਾ ਅਨੁਭਵੀ ਗਿਆਨ ਜਿਹੜਾ ਹੈ ਉਹ ਬਖਸ਼ਣਾ ਕਰੋ, ਜਿਹਦੇ ਕਰਕੇ ਇਹਨਾਂ ਦੇ ਮਨ ਦਾ ਸ਼ੰਕਾ ਜਿਹੜਾ ਹੈ ਉਹ ਦੂਰ ਹੋਵੇ। ਇਸ ਤਰ੍ਹਾਂ ਅਰਦਾਸ ਕੀਤੀ। ਅਰਦਾਸ ਕਰਕੇ ਮੱਥਾ ਟੇਕਿਆ। ਮੱਥਾ ਟੇਕ ਕੇ ਪੁੱਛਦੇ ਨੇ, ਕੀ ਗੱਲ ਕੁਝ ਸੁਣਾਈ ਦੇ ਰਿਹਾ ਹੈ? ਕਹਿੰਦੇ ਨਹੀਂ ਮਹਾਰਾਜ, ਕੁਝ ਨਹੀਂ ਸੁਣਾਈ ਦੇ ਰਿਹਾ ਹੈ। ਕਹਿੰਦੇ ਇੰਜ ਕਰੋ, ਜਾਓ ਜਾ ਕੇ ਗੁਰਦੁਆਰੇ ਦੀਆਂ ਕੰਧਾਂ ਦੇ ਨਾਲ ਕੰਨ ਲਾ ਕੇ ਸੁਣੋ। ਜਦੋਂ ਸਾਧ ਸੰਗਤ ਜੀ ਸਿੰਘਾਂ ਨੇ ਜਾ ਕਰਕੇ ਗੁਰਦੁਆਰੇ ਦੇ ਕੰਧਾਂ ਦੇ ਨਾਲ ਕੰਨ ਲਾ ਕਰਕੇ ਸੁਣਿਆ ਹੈ, ਤੇ ਜਿੱਥੇ ਕੰਨ ਲੱਗੇ ਸਨ ਉੱਥੇ ਲੱਗੇ ਰਹਿ ਗਏ। ਵਾਹਿਗੁਰੂ ਦਾ ਅਜੱਪਾ ਜਾਪ ਕੰਧਾਂ ਵਿੱਚੋਂ ਝਰਨਾ ਝਰਦਾ ਨਿਜਰੋ, ਗੁਰਮੁਖ ਬਾਣੀ ਅਗੜ ਕਢਾਵੇ। ਸਾਰੇ ਸਾਧ ਸੰਗਤ ਜੀ ਕੰਧਾਂ ਵਿੱਚੋਂ ਵਾਹਿਗੁਰੂ ਦਾ ਇਹੋ ਜਿਹਾ ਜਾਪ, ਜਿਵੇਂ ਸਾਧ ਸੰਗਤ ਜੀ ਇੱਕਦਮ ਝਰਨਾ ਫੁੱਟਦਾ ਇਹਨਾਂ ਧਰਤੀ ਵਿੱਚੋਂ, ਜਿਵੇਂ ਸੋਮਾ ਫੁੱਟਦਾ ਹੈ। ਇੱਕ ਰਸ ਲਗਾਤਾਰ ਪਾਣੀ ਦੀ ਝੜੀ ਜਿਹੜੀ ਹੈ, ਪਾਣੀ ਦਾ ਬਹਾਵ ਵਹਿ ਤੁਰਦਾ ਹੈ ਤੇਜ਼ੀ ਦੇ ਨਾਲ। ਇਸ ਤਰ੍ਹਾਂ ਇੱਕਦਮ ਵਾਹਿਗੁਰੂ ਦਾ ਜਾਪ ਹਿਰਦੇ 'ਚ ਚੱਲਦਾ ਹੈ। ਅਜੱਪਾ ਜਾਪ ਨ ਵੀਸਰੈ, ਆਦ ਜੁਗਾਦ ਸਮਾਏ। ਇਸ ਤਰ੍ਹਾਂ ਸਾਧ ਸੰਗਤ ਜੀ ਮਨ ਦੀ ਅਵਸਥਾ ਹੋ ਗਈ, ਜਿੱਥੇ ਕੰਨ ਲੱਗੇ ਉੱਥੇ ਲੱਗੇ ਰਹਿ ਗਏ। ਇੱਕ ਦਿਨ ਬਤੀਤ ਹੋਇਆ, 2 ਦਿਨ ਬਤੀਤ ਹੋ ਗਏ। ਨਾ ਭੋਜਨ ਨਾ ਜਲ ਪਾਣੀ ਛਕਿਆ, ਨਾ ਨੀਂਦਰ ਹੀ ਆ ਰਹੀ ਹੈ। ਐ ਬੈਠੇ ਨੇ ਕੰਨ ਲਾ ਕਰਕੇ ਕੰਧਾਂ ਦੇ ਨਾਲ, ਤੇ ਧਿਆਨ ਲੱਗਾ ਹੋਇਆ ਹੈ। ਜਦੋਂ 8 ਦਿਨ ਬਤੀਤ ਹੋ ਗਏ, ਮਹਾਂਪੁਰਖਾਂ ਨੇ ਸੋਚਿਆ ਵੀ ਇਹ ਤਾਂ ਆਪਣੇ ਸਰੀਰ ਦੀ ਕਿਰਿਆਵਾਂ ਵੀ ਕਰਨੀਆਂ ਭੁੱਲ ਗਏ ਨੇ। ਇਹਨਾਂ ਦਾ ਭਾਂਡਾ ਛੋਟਾ ਤੇ ਵਸਤੂ ਵੱਡੀ ਪੈ ਗਈ ਹੈ। ਮਹਾਂਪੁਰਖਾਂ ਨੇ ਫਿਰ ਅਰਦਾਸ ਕੀਤੀ ਤੇ ਅਰਦਾਸ ਕਰਕੇ ਸਾਰਾ ਜੋ ਦ੍ਰਿਸ਼ ਸੀ ਵਿਖਾਇਆ ਉਹ ਖਿੱਚ ਲਿਆ। ਜਦੋਂ ਅਰਦਾਸ ਕਰਕੇ ਆਤਮਿਕ ਅਵਸਥਾ ਨੂੰ ਖਿੱਚ ਲਿਆ, ਜਿਵੇਂ ਭੁੱਖੇ ਬੱਚੇ ਦੇ ਮੁਖ ਵਿੱਚੋਂ ਮਾਂ ਜਿਹੜੀ ਹੈ ਦੁੱਧ ਚੁੰਘਾਉਂਦਿਆਂ ਹੋਇਆਂ ਅਸਤਨ ਬਾਹਰ ਕੱਢਦੀ ਹੈ, ਤੇ ਫਿਰ ਬੱਚਾ ਉੱਚੀ ਜਿਹੀ ਕਿਲਕਾਰੀ ਮਾਰ ਕੇ ਰੋਂਦਾ ਹੈ। ਇਸ ਤਰ੍ਹਾਂ ਸਿੰਘ ਸਾਧ ਸੰਗਤ ਜੀ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪਏ ਤੇ ਆਖਣ ਲੱਗੇ, ਮਹਾਂਪੁਰਖੋ, ਇਹ ਅਵਸਥਾ ਵਾਪਸ ਕਿਉਂ ਹੋ ਗਈ ਹੈ? ਉਹੀ ਅਵਸਥਾ ਸਾਨੂੰ ਦਿਓ ਜੋ ਰਾਤ ਦਿਨ ਵਾਹਿਗੁਰੂ ਦੇ ਸਿਮਰਨ ਵਿੱਚ
ਬਤੀਤ ਹੋ ਰਿਹਾ ਸੀ। ਨਾ ਨੀਂਦਰ, ਨਾ ਭੁੱਖ, ਨਾ ਤੇ ਸਰੀਰ ਦੀ ਕੋਈ ਸੁਧ ਬੁੱਧ ਨਹੀਂ ਸੀ ਰਹੀ। ਵੀ ਕਿਰਪਾ ਕਰੋ, ਉਹੀ ਅਵਸਥਾ ਦੀ ਦਾਤ ਬਖਸ਼ੋ। ਮਹਾਂਪੁਰਸ਼ ਮੁਸਕਰਾਏ ਤੇ ਆਖਣ ਲੱਗੇ, ਕਹਿੰਦੇ ਜਿਵੇਂ ਪਿਓ ਆਪਣੇ ਛੋਟੇ ਬੱਚੇ ਨੂੰ ਮੋਢਿਆਂ ਤੇ ਚੁੱਕ ਕਰਕੇ ਮੇਲਾ ਵਿਖਾਉਂਦਾ ਹੈ, ਇਸ ਤਰ੍ਹਾਂ ਹੀ ਮੈਂ ਆਪਣੀ ਕਮਾਈ ਵਿੱਚੋਂ, ਆਪਣੀ ਭਗਤੀ ਵਿੱਚੋਂ ਅੰਸ਼ ਦੇ ਕਰਕੇ ਤੁਹਾਨੂੰ ਇਹ ਆਤਮਿਕ ਦ੍ਰਿਸ਼ ਵਿਖਾਇਆ ਹੈ। ਹੁਣ ਤੁਸੀਂ ਆਪਣੀ ਕਮਾਈ ਕਰੋ, ਆਪ ਆਪਣੀ ਕਮਾਈ ਕਰਕੇ ਇਹ ਆਤਮਿਕ ਦ੍ਰਿਸ਼ ਦਾ ਆਨੰਦ ਪ੍ਰਾਪਤ ਕਰੋ। ਰਾਤ ਦਿਨ ਪਰਮੇਸ਼ਰ ਪ੍ਰਭੂ ਦਾ ਸਿਮਰਨ ਕਰਕੇ ਇਹ ਆਤਮਿਕ ਦਾਤ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਆਖ ਰਹੇ ਨੇ, ਕਹਿੰਦੇ ਨੇ ਗੁਰਮੁਖਾਂ ਦੀ ਦਸ਼ਾ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਸਾਧ ਸੰਗਤ ਜੀ ਆਤਮਾ ਦੇ ਹੁਲਾਰੇ ਜਿਹੜੇ ਨੇ, ਚਮਤਕਾਰ ਜਿਹੜੇ ਨੇ ਨਾਮ ਜਪਣ ਵਾਲਿਆਂ ਨੂੰ ਸੰਗਤ ਦੇ ਵਿੱਚੋਂ ਇਸ ਤਰ੍ਹਾਂ ਹੋਰ ਹੁੰਦੇ ਰਹਿੰਦੇ ਨੇ। ਸਿਮਰਨ ਕਰਦਿਆਂ ਕਰਦਿਆਂ ਧਰਤੀ ਤੋਂ ਸਾਧ ਸੰਗਤ ਜੀ 3-4 ਫੁੱਟ ਉਤਾਂ ਉੱਠ ਜਾਂਦੇ ਨੇ। ਕਦੀ ਕਦੀ ਸਰੀਰ ਇੰਨਾ ਹੌਲਾ ਲੱਗਣ ਲੱਗ ਪੈਂਦਾ ਹੈ। ਸਿਮਰਨ ਕਰਦਿਆਂ ਕਰਦਿਆਂ ਇੱਕ ਸਿੰਘ ਸੀ ਅੰਮ੍ਰਿਤਸਰ, ਉਹ ਸਾਧ ਸੰਗਤ ਜੀ ਉਹ 3 ਮਹੀਨੇ ਲਗਾਤਾਰ ਉਹਨੇ ਵਾਹਿਗੁਰੂ ਦਾ ਸਿਮਰਨ ਕੀਤਾ। ਆਪਣੇ ਆਪ ਨੂੰ ਇੱਕ ਕਮਰੇ 'ਚ ਬੰਦ ਕਰ ਲਿਆ ਤੇ ਸਾਧ ਸੰਗਤ ਜੀ 1 ਗਲਾਸ ਦੁੱਧ ਦਾ ਤੇ 10-15 ਬਦਾਮ ਤੇ ਥੋੜਾ ਜਿਹਾ ਮੱਖਣ, ਤਾਂ ਕਿ ਥਕਾਵਟ ਨਾ ਹੋਵੇ, ਪ੍ਰਸ਼ਾਦਾ ਛਕਣਾ ਬੰਦ ਕਰ ਦਿੱਤਾ। ਪ੍ਰਸ਼ਾਦਾ ਬੰਦ ਹੋ ਗਿਆ, ਨੀਂਦਰ ਨਹੀਂ ਆਉਂਦੀ, ਕਿਉਂਕਿ ਆਲਸ ਪ੍ਰਸ਼ਾਦੇ ਤੋਂ ਹੀ ਪੈਦਾ ਹੁੰਦੀ ਹੈ। ਤਮੋ ਗੁਣੀ ਗਰਮੀ ਕਰਕੇ ਨੀਂਦਰ ਆਉਂਦੀ ਹੈ। ਜੇ ਭੋਜਨ ਹੀ ਨਾ ਗਿਆ ਪੇਟ ਵਿੱਚ ਤੇ ਨੀਂਦਰ ਕਿੱਥੋਂ ਆਉਣੀ। ਤੇ ਦੁੱਧ ਨਾਲ ਸਾਧ ਸੰਗਤ ਜੀ ਥੋੜੇ ਜਿਹੇ ਬਦਾਮ ਤੇ ਇਸ ਤਰ੍ਹਾਂ ਮਿਸ਼ਰੀ ਥੋੜੀ ਜਿਹੀ ਲੈ ਕਰਕੇ ਤੇ ਮੱਖਣ ਲਾ ਕਰਕੇ ਸਾਧ ਸੰਗਤ ਜੀ ਇਸ ਤਰ੍ਹਾਂ ਰੋਜ਼ ਉਹ ਛਕ ਲਿਆ ਕਰਦਾ ਸੀ। ਚੌਕੜਾ ਮਾਰ ਕਰਕੇ ਸਾਰਾ ਦਿਨ, ਸਾਰੀ ਰਾਤ ਜਾਪ ਕਰਨਾ, ਉੱਚੀ ਜਾਪ ਕਰਨਾ, ਵਾਹਿਗੁਰੂ ਵਾਹਿਗੁਰੂ। ਤੇ ਸਾਧ ਸੰਗਤ ਜੀ 3 ਮਹੀਨੇ ਜਦੋਂ ਲਗਾਤਾਰ ਜਾਪ ਕੀਤਾ, ਆਕਾਸ਼ਬਾਣੀ ਹੋਈ ਵੀ ਗੁਰਮੁਖਾ ਅੰਮ੍ਰਿਤਸਰ ਸ਼ਹਿਰ ਵਿੱਚ ਜਾ ਤੇ ਸਾਧ ਸੰਗਤ ਜੀ ਉੱਥੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰ। ਜਦੋਂ ਇਸ ਤਰ੍ਹਾਂ ਆਕਾਸ਼ਬਾਣੀ ਹੋਈ, ਸਤਿਗੁਰੂ ਮਹਾਰਾਜ ਜੀ ਦਾ ਹੁਕਮ ਜਾਣ ਕਰਕੇ ਉਹ ਸਿੰਘ ਦਰਬਾਰ ਸਾਹਿਬ ਆਇਆ। ਦਰਬਾਰ ਸਾਹਿਬ ਆ ਕਰਕੇ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਉਹਨੂੰ ਇੰਜ ਅਨੁਭਵ ਹੋਇਆ ਕਿ ਜਿਹੜੀਆਂ ਸੰਗਤਾਂ ਮੱਥਾ ਟੇਕ ਰਹੀਆਂ ਹਨ, ਪਰਿਕਰਮਾ ਕਰ ਰਹੀਆਂ ਹਨ, ਜਿਵੇਂ ਬੰਦਾ ਤੇ ਜਨਾਨੀ ਵਿੱਚ ਫਰਕ ਹੀ ਨਾ ਲੱਗੇ। ਉਹਨੂੰ ਇੰਜ ਲੱਗਣ ਕਿ ਇਹ ਸਾਰੀਆਂ ਰੂਹਾਂ ਜਿਹੜੀਆਂ ਨੇ ਇਹ ਮੱਥਾ ਟੇਕਣ ਵਾਸਤੇ ਆਈਆਂ ਹਨ। ਬੰਦਾ ਤੇ ਜਨਾਨੀ ਦਾ ਫਰਕ ਜਿਹੜਾ ਹੈ ਉਹ ਸਾਧ ਸੰਗਤ ਜੀ ਉਹਦਾ ਜਾਂਦਾ ਰਿਹਾ। ਇਸ ਤਰ੍ਹਾਂ ਅੱਜ ਵੀ ਉਹ ਸਿੰਘ ਅੰਮ੍ਰਿਤਸਰ ਵਿਖੇ ਸਾਰੇ ਜਿੰਨੇ ਵੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨ ਹਨ, ਹੈਡ ਗ੍ਰੰਥੀ ਸਿੰਘ ਸਾਹਿਬਾਨ ਹਨ, ਉਹਨਾਂ ਦੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣ ਦੀ, ਸੰਥਿਆ ਦੇਣ ਦੀ ਸੇਵਾ ਜਿਹੜੀ ਹੈ ਅੱਜ ਵੀ ਉਹ ਸਿੰਘ ਕਰ ਰਿਹਾ ਹੈ। ਉਹਦਾ ਨਾਮ ਗਿਆਨੀ ਸੁਖਵਿੰਦਰ ਸਿੰਘ ਹੈ ਜੀ। ਕਿਤੇ ਗਏ ਅੰਮ੍ਰਿਤਸਰ ਤੇ ਜ਼ਰੂਰ ਜਾ ਕੇ ਮਿਲਣਾ। ਬਹੁਤ ਵਿਦਵਾਨ ਤੇ ਬਹੁਤ ਭਜਨੀਕ ਰੂਹ ਹੈ ਤੇ ਬਹੁਤ ਸਿਮਰਨ ਵਿੱਚ ਸਾਧ ਸੰਗਤ ਜੀ ਆਪਣਾ ਸਮਾਂ ਬਤੀਤ ਕੀਤਾ ਉਹਨੇ। ਹਲਕੀ ਜੀ ਉਮਰ ਹੈ, ਇੰਨੀ ਛੋਟੀ ਉਮਰ ਵਿੱਚ ਪਰਮੇਸ਼ਰ ਦਾ ਇੰਨਾ ਭਜਨ ਕਰਨਾ, ਇੰਨਾ ਜਪ ਤਪ ਕਰਨਾ। ਸਾਰੀ ਰਾਤ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਸਾਰੀ ਰਾਤ ਚੌਕੜਾ ਲਾ ਕਰਕੇ ਬੈਠਦਾ, ਇੰਨਾ ਹਠੀ ਚੌਕੜਾ ਖੋਲਦਾ ਨਹੀਂ ਤਾਂ ਸਾਧ ਸੰਗਤ ਜੀ ਅੱਜ ਕੱਲ੍ਹ ਦੇ ਨਿਆਣੇ ਘੰਟਾ ਕੁ ਬੈਠ ਜਾਣ ਤੇ ਕਹਿੰਦੇ ਨੇ ਵੀ ਗੋਡੇ ਦੁਖਦੇ ਨੇ, ਸਿਰ ਦੁਖਦਾ ਹੈ, ਬੋਰ ਲੱਗਦੇ, ਜਾਂ ਫਿਰ ਮੋਬਾਈਲ ਫੋਨ ਕੱਢ ਕੇ ਇੱਧਰ ਉੱਧਰ ਹੱਥ ਮਾਰਦੇ ਰਹਿਣਗੇ। ਪਰ ਅੱਜ ਵੀ ਇਹੋ ਜਿਹੇ ਗੁਰਮੁਖ ਸਾਧ ਸੰਗਤ ਜੀ ਸਿੰਘ ਹੈਗੇ ਆ ਜਿਹੜੀ ਇੰਨੀ ਛੋਟੀ ਉਮਰ ਵਿੱਚ ਭਜਨ ਬੰਦਗੀ ਕਰਦੇ ਨੇ। ਇਸ ਤਰ੍ਹਾਂ ਇਹ ਆਤਮਿਕ ਹੁਲਾਰੇ ਜਿਹੜੇ ਨੇ, ਚਮਤਕਾਰ ਜਿਹੜੇ ਨੇ, ਉਹਨਾਂ ਗੁਰਮੁਖਾਂ ਦੇ ਨਾਲ ਵਾਪਰਦੇ ਨੇ, ਨਿਤ ਵਾਪਰਦੇ ਹਨ। ਕਈਆਂ ਨੂੰ ਦਸਵੇਂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਨੇ। ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਜਿੰਨੇ ਗੁਰਦੁਆਰੇ ਨੇ ਤੇ ਜਿੰਨੀਆਂ ਗੁਰਦੁਆਰਿਆਂ ਦੀਆਂ ਪੌੜੀਆਂ ਹਨ,
ਹਰੇਕ ਪੌੜੀ ਤੇ ਉਹਨਾਂ ਨੇ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਖਲੋ ਕੇ। ਸ਼ਿਕਾਰ ਘਾਟ ਦੀਆਂ ਕਿੰਨੀਆਂ ਪੌੜੀਆਂ ਨੇ ਗੁਰਦੁਆਰੇ ਦੀਆਂ, ਨਗੀਨਾ ਘਾਟ ਦੀਆਂ ਕਿੰਨੀਆਂ ਪੌੜੀਆਂ ਨੇ, ਤਖਤ ਸ੍ਰੀ ਸਾਧ ਸੰਗਤ ਜੀ ਹਜੂਰ ਸਾਹਿਬ ਤਖਤ ਸਾਹਿਬ ਦੇ ਚਾਰੇ ਪਾਸੇ ਕਿੰਨੀਆਂ ਪੌੜੀਆਂ ਹਨ। ਹਰੇਕ ਪੌੜੀ ਤੇ ਖਲੋ ਖਲੋ ਕੇ ਅਰਦਾਸਾਂ ਕਰਨੀਆਂ ਤੇ ਸਾਧ ਸੰਗਤ ਜਪਜੀ ਸਾਹਿਬ ਦਾ ਪਾਠ ਕਰਨਾ। ਤੇ ਤਖਤ ਸਾਹਿਬ ਦੇ ਜਿੰਨੇ ਬੂਹੇ ਹਨ, ਦਰਵਾਜ਼ੇ ਨੇ, ਉਹਨਾਂ ਬੂਹਿਆਂ ਵਿੱਚ ਬੈਠ ਕਰਕੇ 25-25 ਪਾਠ ਜਪਜੀ ਸਾਹਿਬ ਦੇ ਕਰਨੇ। ਇਸ ਤਰ੍ਹਾਂ ਬਹੁਤ ਸਿਮਰਨ ਕੀਤਾ ਉੱਥੇ ਬੈਠ ਕਰਕੇ। ਤੇ ਇੱਕ ਵਾਰੀ ਸਾਧ ਸੰਗਤ ਜੀ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਇਸ ਤਰ੍ਹਾਂ ਦਾ ਦ੍ਰਿਸ਼ ਬਣਿਆ ਕਿ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਹੋਏ। ਕਾਫੀ ਦਿਨਾਂ ਤੋਂ ਭੋਜਨ ਨਹੀਂ ਸੀ ਛਕਿਆ ਤੇ ਸਾਧ ਸੰਗਤ ਜੀ ਮਾਤਾ ਸਾਹਿਬ ਦੇਵਾ ਕੌਰ ਜੀ ਦੇ ਦਰਸ਼ਨ ਹੋਏ। ਜਦੋਂ ਦਰਸ਼ਨ ਹੋਏ ਉਹ ਸਾਰਾ ਪ੍ਰਕਾਸ਼ ਦਿਸ ਰਿਹਾ ਸੀ। ਮਾਤਾ ਜੀ ਆਪ ਆਪਣੇ ਹੱਥੀ ਸੰਤਾਂ ਨੂੰ ਭੋਜਨ ਛਕਾ ਰਹੇ ਸਨ। ਉਹ ਸਾਰਾ ਸਾਧ ਸੰਗਤ ਜੀ ਸੀਨ ਜਿਹੜਾ ਸੀ ਚੱਲ ਰਿਹਾ ਸੀ। ਪਿੱਛੋਂ ਇੱਕ ਸਿੰਘ ਆਇਆ ਤੇ ਉਹ ਸਾਧ ਸੰਗਤ ਜੀ ਮਹਾਂਪੁਰਖਾਂ ਨੂੰ ਹਿਲਾ ਕੇ ਪੁੱਛਦਾ ਹੈ ਵੀ ਜਰਨੈਲ ਸਿੰਘ ਦੱਸਾਂ ਟਾਈਮ ਕੀ ਹੋਇਆ। ਉਹਨਾਂ ਨੇ ਸਾਧ ਸੰਗਤ ਜੀ ਜਦੋਂ ਸੰਤਾਂ ਨੂੰ ਹਿਲਾਇਆ ਤੇ ਉਹ ਸਾਰਾ ਦ੍ਰਿਸ਼ ਜਿਹੜਾ ਸੀ ਜਾਂਦਾ ਰਿਹਾ। ਤੇ ਉਸ ਦਿਨ ਤੋਂ ਬਾਅਦ ਸਾਰੀ ਉਮਰ ਬਾਬਾ ਜਰਨੈਲ ਸਿੰਘ ਜੀ ਨੇ ਕਦੀ ਗੁੱਟ ਤੇ ਘੜੀ ਨਹੀਂ ਬੱਧੀ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਂਪੁਰਖਾਂ ਦਾ ਜੀਵਨ ਸੀ। ਇਹ ਸਾਰੀ ਉਮਰ 100 ਪਾਠ ਜਪਜੀ ਸਾਹਿਬ ਦਾ ਰੋਜ਼ ਕਰਨਾ। ਜਦੋਂ ਛੋਟੇ ਸਨ 7 ਸਾਲ ਦੀ ਉਮਰ ਵਿੱਚ ਅਖੰਡ ਪਾਠੀ ਬਣ ਗਏ ਸਨ। 7 ਸਾਲ ਦੀ ਉਮਰ ਵਿੱਚ ਸਿਰਹਾਣਾ ਲਾ ਕਰਕੇ ਤੇ ਸਿਰਹਾਣੇ ਤੇ ਬੈਠ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਿਜ ਪਾਠ ਕਰਿਆ ਕਰਦੇ ਸਨ। ਤੇ ਸਕੂਲ ਤੋਂ ਆਏ, ਸਕੂਲ ਤੋਂ ਆ ਕਰਕੇ ਬਸਤਾ ਜਿਹੜਾ ਸੀ ਸਕੂਲ ਦਾ ਬੈਗ ਉਹ ਪਰਾਂ ਸੁੱਟ ਕੇ ਤੇ ਲੰਮੇ ਪੈ ਗਏ। ਤੇ ਬਾਬਾ ਜੋਗਿੰਦਰ ਸਿੰਘ ਜੀ ਉਹਨਾਂ ਦੇ ਪਿਤਾ ਜੀ ਆਖਦੇ ਨੇ ਜਰਨੈਲ ਸਿੰਘ ਵਿਹਲਾ ਰਹਿਣਾ ਵੀ ਪਾਠ ਕਰ ਲਿਆ ਕਰ। ਕਹਿੰਦੇ ਬਾਬਾ ਜੀ ਕਿੰਨੇ ਪਾਠ ਕਰਾਂ? ਕਹਿੰਦੇ 5 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰ। ਕਹਿੰਦੇ 7 ਬਚਨ ਜੀ। ਉਸ ਦਿਨ ਤੋਂ ਛੋਟਿਆਂ ਹੁੰਦਿਆਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। 5 ਪਾਠ ਸ਼ੁਰੂ ਕੀਤਾ, ਰੋਜ਼ ਕਰਦੇ ਰਹੇ। ਫਿਰ ਸਾਧ ਸੰਗਤ ਜੀ ਹੌਲੀ ਹੌਲੀ 11 ਪਾਠ ਕਰਨ ਲੱਗ ਪਏ। ਫਿਰ ਹੌਲੀ ਹੌਲੀ 21 ਪਾਠ ਕਰਨ ਲੱਗ ਪਏ। 25 ਪਾਠ ਰੋਜ਼ ਕਰਨ ਲੱਗ ਪਏ। ਫਿਰ ਸਾਧ ਸੰਗਤ ਜੀ ਜਦੋਂ ਟਕਸਾਲ ਵਿੱਚ ਆਏ 51 ਪਾਠ ਜਪਜੀ ਸਾਹਿਬ ਦੇ ਰੋਜ਼ ਕਰਨੇ। ਤੇ ਸਿੰਘਾਂ ਦੇ ਨਾਲ ਹੇਮਕੁੰਡ ਸਾਹਿਬ ਦਰਸ਼ਨ ਕਰਨ ਵਾਸਤੇ ਗਏ। ਉੱਥੇ ਸਾਧ ਸੰਗਤ ਜੀ ਸੰਗਰਾਂਦ ਦੇ ਦਿਨ ਮਹਾਂਪੁਰਖਾਂ ਦਾ ਨਿਯਮ ਸੀ ਕਿ ਸਹਿਜ ਪਾਠ ਦਾ ਭੋਗ ਪਾਉਣਾ। ਤੇ ਸਾਧ ਸੰਗਤ ਜੀ ਉੱਥੇ ਨਾਲ ਸਿੰਘਾਂ ਨੇ ਕਿਹਾ ਕਿ ਆਪਾਂ ਇੱਥੇ ਇਕੱਠੇ ਰਲ ਕੇ ਇੱਕ ਸਹਿਜ ਪਾਠ ਦਾ ਭੋਗ ਪਾਈਏ ਸੰਗਰਾਂਦ ਵਾਲੇ ਦਿਨ। ਤੇ ਮਹਾਂਪੁਰਖ ਆਖਦੇ ਨੇ ਕਹਿੰਦੇ ਉਹ ਮੇਰਾ ਵੀ ਸਹਿਜ ਪਾਠ ਦਾ ਭੋਗ ਪਾਉਣ ਦਾ ਰਹਿੰਦਾ ਹੈ। ਕਹਿੰਦੇ ਕਿੰਨਾ ਕੁ ਪਾਠ ਹੋਇਆ? ਕਹਿੰਦੇ ਸਿਰਫ ਜਪਜੀ ਸਾਹਿਬ ਦੀਆਂ 5 ਪੌੜੀਆਂ ਪੜ੍ਹੀਆਂ ਨੇ, ਬਾਕੀ ਸਾਰਾ ਪਾਠ ਹਲੇ ਕਰਨ ਦਾ ਰਹਿੰਦਾ ਹੈ। ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਕਹਿੰਦੇ ਸੰਗਰਾਂਦ ਕਦੋਂ ਦੀ ਹੈ? ਕਹਿੰਦੇ ਪਰਸੋਂ ਦੀ ਸੰਗਰਾਂਦ ਹੈ, ਹਲੇ 3 ਦਿਨ ਰਹਿੰਦੇ ਨੇ। ਤੇ 3 ਦਿਨ 'ਚ ਕਿਵੇਂ ਸਾਧ ਸੰਗਤ ਜੀ ਸਹਿਜ ਪਾਠ ਦਾ ਭੋਗ ਪਵੇਗਾ? ਕਹਿੰਦੇ ਆਪਾਂ ਇੰਦਾ ਕਰਦੇ ਹਾਂ ਵੀ ਜਿਵੇਂ ਅਖੰਡ ਪਾਠ ਹੁੰਦਾ ਹੈ ਵਾਰੀ ਵਾਰੀ 2-2 ਘੰਟੇ ਲਾਈ ਜਾਵਾਂਗੇ, ਜਿੰਨਾ ਪਾਠ ਹੁੰਦਾ ਹੈ ਉਹਨਾਂ ਕਰੀ ਜਾਵਾਂਗੇ। ਕਹਿੰਦੇ ਠੀਕ ਹੈ। ਤੇ ਮਹਾਂਪੁਰਖਾਂ ਨੇ ਆਪਣੀ ਵਾਰੀ ਜਿਹੜੀ ਹੈ ਦਿਨੇ ਦਿਨੇ ਸਿੰਘਾਂ ਦੇ ਨਾਲ ਰਲ ਕੇ ਜੋ ਸਹਿਜ ਪਾਠ ਆਰੰਭ ਕੀਤਾ ਉਹਦੇ ਵਿੱਚ ਡਿਊਟੀ ਲਾਉਣੀ। ਤੇ ਆਪ 51 ਪਾਠ ਜਪਜੀ ਸਾਹਿਬ ਦਾ ਕਰਨਾ। ਤੇ ਆਪਣਾ ਸਹਿਜ ਪਾਠ ਜਿਹੜਾ ਹੈ ਸਾਰੀ ਰਾਤ ਚੌਕੜਾ ਲਾ ਕੇ ਸਾਧ ਸੰਗਤ ਜੀ ਆਪਣਾ ਸਹਿਜ ਪਾਠ ਕਰਨਾ। ਇਸੇ ਤਰ੍ਹਾਂ 3 ਦਿਨਾਂ ਦੇ ਵਿੱਚ ਸਿੰਘਾਂ ਦੇ ਨਾਲ ਰਲ ਕੇ ਸਹਿਜ ਪਾਠ ਜਿਹੜਾ ਆਰੰਭ ਕੀਤਾ ਸੀ ਉਹ ਕੀਤਾ। ਆਪਣਾ ਸਹਿਜ ਪਾਠ ਦਾ ਭੋਗ ਪਾਇਆ। ਤੇ 51 ਪਾਠ ਜਪਜੀ ਸਾਹਿਬ ਦੇ ਜਿਹੜਾ ਉਹਨਾਂ ਦਾ ਨਿਤ ਦਾ ਨਿਯਮ ਸੀ ਉਹ ਸਾਧ ਸੰਗਤ ਜੀ ਕਰਦੇ ਸੀ। ਰੋਮ ਰੋਮ ਕਰਕੇ ਬਾਣੀ ਹਿਰਦੇ 'ਚ ਵਸੀ ਸੀ। ਇਸ ਕਰਕੇ ਜਿਨ੍ਹਾਂ ਦੇ ਹਿਰਦੇ 'ਚ ਬਾਣੀ ਵਸਦੀ ਹੈ ਉਹ ਨਿਰਭਉ ਤੇ ਨਿਰਵੈਰ ਹੋ ਜਾਂਦੇ ਨੇ। ਭੋਰਾ ਜਿੰਨਾ ਵੀ ਡਰ ਉਹਨਾਂ ਦੇ ਮਨ ਵਿੱਚ ਰਹਿੰਦਾ ਨਹੀਂ। ਇਸ ਤਰ੍ਹਾਂ ਸਾਧ ਸੰਗਤ ਜੀ ਬਾਣੀ ਪੜ੍ਹਨ ਵਾਲਿਆਂ ਦੇ ਉਹਨਾਂ ਦੇ ਹੁਲਾਰੇ ਜਿਹੜੇ ਨੇ ਆਤਮਿਕ ਤਰੰਗਾਂ ਜਿਹੜੀਆਂ ਨੇ ਉਹ ਸਾਧ ਸੰਗਤ ਜੀ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ। ਮਹਾਂਪੁਰਸ਼ਾਂ ਦੀਆਂ
ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ ਆਤਮ ਤਰੰਗ ਬਹੁ ਰੰਗ ਅੰਗ ਅੰਗ ਛਬ। ਉਹਨਾਂ ਦੀ ਸੋਭਾ ਜਿਹੜੀ ਹੈ ਉਹ ਸਾਧ ਸੰਗਤ ਜੀ ਵੱਖਰੀ ਹੁੰਦੀ ਹੈ। ਅਨੇਕ ਅਨੂਪ ਰੂਪ ਊਪ ਕੋ ਪ੍ਰਗਾਸ ਹੈ। ਤੇ ਸਾਧ ਸੰਗਤ ਜੀ ਉਪਮਾ ਤੋਂ ਰਹਿਤ ਅਨੁਭਵੀ ਗਿਆਨ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਇੱਕ ਤਾਂ ਆਪਾਂ ਮੂੰਹ ਰਾਹੀਂ ਕਹਿੰਦੇ ਆ ਵੀ ਖੰਡ ਮਿੱਠੀ ਹੁੰਦੀ ਹੈ, ਇੱਕ ਮੂੰਹ ਰਾਹੀਂ ਕਹਿਣਾ ਵੀ ਖੰਡ ਮਿੱਠੀ ਹੁੰਦੀ ਹੈ, ਤੇ ਇੱਕ ਖੰਡ ਨੂੰ ਮੂੰਹ ਵਿੱਚ ਪਾ ਕਰਕੇ ਉਹਦਾ ਸਵਾਦ ਲੈਣਾ। ਇਹ ਦੋਵੇਂ ਗੱਲਾਂ ਜਿਹੜੀਆਂ ਨੇ ਵੱਖਰੀਆਂ ਹਨ। ਇਸ ਕਰਕੇ ਅਨੁਭਵੀ ਗਿਆਨ ਉਹ ਵੱਖਰਾ ਹੁੰਦਾ ਹੈ। ਪੜ੍ਹਨਾ ਜਿਹੜਾ ਹੈ ਇਹ ਨੌਲੇਜ ਲੈ ਲੈਣੀ ਵੀ ਖੰਡ ਤਾਂ ਮਿੱਠੀ ਹੁੰਦੀ ਹੈ, ਪਤਾ ਹੈ, ਪੜ੍ਹਦੇ ਵੀ ਆ, ਸੁਣਦੇ ਵੀ ਆ, ਬੋਲਦੇ ਵੀ ਆ, ਦੂਜਿਆਂ ਨੂੰ ਵੀ ਦੱਸਦੇ ਆ ਵੀ ਖੰਡ ਮਿੱਠੀ ਹੁੰਦੀ ਹੈ, ਖੰਡ ਮਿੱਠੀ ਹੁੰਦੀ ਹੈ, ਖੰਡ ਮਿੱਠੀ ਹੁੰਦੀ ਹੈ। ਪਰ ਬੋਲਣ ਨਾਲ ਸੁਣਨ ਨਾਲ ਮਿਠਾਸ ਨਹੀਂ ਪ੍ਰਾਪਤ ਹੋਵੇਗਾ। ਜਿੰਨਾ ਚਿਰ ਖੰਡ ਮੂੰਹ ਵਿੱਚ ਨਹੀਂ ਨਾ ਪਾਵਾਂਗੇ ਉਹਨਾਂ ਚਿਰ ਸਵਾਦ ਨਹੀਂ ਜੇ ਆਉਣਾ। ਜਿਹੜਾ ਖੰਡ ਮੂੰਹ 'ਚ ਪਾ ਕਰਕੇ ਉਹਦਾ ਸਵਾਦ ਲੈਣਾ ਉਸ ਨੂੰ ਆਖਦੇ ਨੇ ਅਨੁਭਵੀ ਗਿਆਨ। ਜਿਹੜਾ ਅਨੁਭਵੀ ਗਿਆਨ ਹੈ ਉਹ ਸਾਧ ਸੰਗਤ ਜੀ ਮਹਾਂਪੁਰਖਾਂ ਦੀ ਅਨੁਭਵੀ ਕਥਾ ਵਿੱਚੋਂ ਹੀ ਪ੍ਰਗਟ ਹੁੰਦੀ ਹੈ। ਇਸੇ ਤਰ੍ਹਾਂ ਉਪਮਾ ਤੋਂ ਰਹਿਤ ਪਰਮੇਸ਼ਰ ਦਾ ਪ੍ਰਕਾਸ਼ ਜਿਹੜਾ ਹੈ ਉਹ ਉਹਨਾਂ ਨੂੰ ਦਿਸਣ ਲੱਗ ਪੈਂਦਾ ਹੈ। ਇਸ ਤਰ੍ਹਾਂ ਦੀ ਬਿਰਤੀ ਹੁੰਦੀ ਹੈ ਕਿ ਸਾਧ ਸੰਗਤ 24 ਘੰਟਿਆਂ ਵਿੱਚੋਂ ਜੇ ਘੰਟਾ 2 ਘੰਟਾ ਵੀ ਜੇ ਉਹ ਆਰਾਮ ਕਰ ਲੈਣ ਤਾਂ ਵੀ ਸਾਧ ਸੰਗਤ ਜੀ ਉਹਨਾਂ ਦਾ ਥਕੇਵਾਂ ਜਿਹੜਾ ਹੈ ਉਹ ਲੱਥ ਜਾਂਦਾ ਹੈ। ਕਈ ਗੁਰਮੁਖ ਤਾਂ 5-7 ਮਿੰਟ ਢੋਲਾ ਕਰਕੇ ਅੱਖ ਬੰਦ ਕਰਕੇ ਹੀ ਉਹ ਇੰਜ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਵੀ ਸਾਡਾ ਆਰਾਮ ਹੋ ਗਿਆ ਹੈ। ਗੁਰਮੁਖ ਆਖਦੇ ਨੇ, ਕਹਿੰਦੇ ਨੇ ਆਰਾਮ ਕੀ ਕਰਨਾ ਹੈ? ਕਹਿੰਦੇ ਮਹਾਂਪੁਰਖੋ ਆਰਾਮ ਕਰ ਲਓ। ਕਹਿੰਦੇ ਭਾਈ ਵੀ ਅਸੀਂ ਕਥਾ ਕਰਦੇ ਆ ਨਾ, ਇਹ ਕਥਾ ਕਰਨ ਹੀ ਸਾਡਾ ਆਰਾਮ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਨਿਤਨੇਮ ਕਰਨਾ ਹੀ ਸਾਡਾ ਆਰਾਮ ਹੈ। ਜੇ ਨਿਤਨੇਮ ਨਾ ਕੀਤਾ, ਜੇ ਇੱਕ ਦਿਨ ਕਥਾ ਨਾ ਕੀਤੀ, ਜੇ ਗੁਰਬਾਣੀ ਦਾ ਰਸ ਨਹੀਂ ਚਖਿਆ, ਨਿਤਨੇਮ ਨਹੀਂ ਸਾਧ ਸੰਗਤ ਜੀ ਕੀਤਾ, ਕੀਰਤਨ ਨਹੀਂ ਸੁਣਿਆ, ਔਰ ਸਾਧ ਸੰਗਤ ਜੀ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਭੁੱਖੇ ਮਰ ਰਹੇ ਆ। ਉਹ ਵਿਆਕੁਲ ਹੋ ਜਾਂਦੇ ਨੇ, ਉਹ ਤੜਫਦੇ ਨੇ, ਇੰਜ ਤੜਫਦੇ ਨੇ ਜਿਵੇਂ ਮੱਛੀ ਪਾਣੀ 'ਚੋਂ ਬਾਹਰ ਨਿਕਲ ਕੇ ਤੜਫਦੀ ਹੈ। ਇਸ ਤਰ੍ਹਾਂ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਇਸ ਤਰ੍ਹਾਂ ਰਾਤ ਦਿਨ ਸਾਧ ਸੰਗਤ ਜੀ ਭਜਨ ਸਿਮਰਨ ਵਿੱਚ ਆਪਣਾ ਸਮਾਂ ਬਤੀਤ ਕਰਦੇ ਨੇ। ਭਾਈ ਗੁਰਦਾਸ ਜੀ ਅੱਗੇ ਆਖਦੇ ਨੇ, ਸਵਾਦ ਬਿਸਮਾਦ ਬਹੁ ਬਿਵਿਧ ਸੁਰਤ ਸਰਬ, ਰਾਗ ਨਾਦ ਬਾਦ ਬਹੁ ਬਾਸਨਾ ਸੁਬਾਸ ਹੈ। ਕਹਿੰਦੇ ਸਾਰਾ ਸਵਾਦ ਜਿਹੜਾ ਹੈ ਨਾ, ਅਸਚਰਜ ਕਰਨ ਵਾਲਾ ਸਵਾਦ ਉਹਨਾਂ ਨੂੰ ਨਾਮ ਸਿਮਰਨ ਵਿੱਚ ਆਉਂਦਾ ਹੈ। ਬਾਣੀ ਆਖਦੀ ਹੈ, ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਗੁਰਬਾਣੀ ਭਾਈ ਮਿੱਠੀ ਹੈ। ਬਾਣੀ ਆਖਦੀ ਹੈ ਗੁਰਬਾਣੀ ਮਿੱਠੀ ਹੈ। ਤੇ ਗੁਰਬਾਣੀ ਮਿੱਠੀ ਕਿਵੇਂ ਹੈ? ਗੁਰਬਾਣੀ ਮਿੱਠੀ ਕਿਵੇਂ ਹੈ? ਜਿਹੜੇ ਜਪਦੇ ਨੇ ਉਹ ਸਾਧ ਸੰਗਤ ਜੀ ਦੱਸਦੇ ਨੇ ਵੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਉਹਨਾਂ ਦਾ ਮੂੰਹ ਜਿਹੜਾ ਹੈ ਮਿਠਾਸ ਨਾਲ ਭਰ ਜਾਂਦਾ ਹੈ। ਜਿਹੜੇ ਰੋਜ਼ ਜਪਦੇ ਨੇ, ਜਿਨ੍ਹਾਂ ਦਾ ਮਨ ਮਰ ਚੁੱਕਿਆ ਹੈ, ਜਿਨ੍ਹਾਂ ਦਾ ਮਨ ਟਿਕ ਗਿਆ ਹੈ, ਉਹ ਗੁਰਬਾਣੀ ਪੜ੍ਹਨ ਲੱਗਿਆ ਅੱਕਦੇ ਨਹੀਂ। ਸਾਡੇ ਮਹਾਂਪੁਰਸ਼ ਸਨ ਉਸਤਾਦ ਜੀ, ਉਹਨਾਂ ਨੇ ਸਾਰੀ ਉਮਰ ਵਿੱਚ ਹਜ਼ਾਰਾਂ ਹੀ ਸਹਿਜ ਪਾਠ ਕੀਤੇ ਨੇ, ਹਜ਼ਾਰਾਂ ਹੀ ਅਖੰਡ ਪਾਠ ਕੀਤੇ ਨੇ, ਪਰ ਕਦੀ ਸਾਧ ਸੰਗਤ ਜੀ ਪਾਠ ਕਰਨ ਲੱਗਿਆਂ ਉਹਨਾਂ ਨੂੰ ਨੀਂਦਰ ਨਹੀਂ ਆਈ। ਕਦੀ ਪਾਠ ਕਰਨ ਲੱਗਿਆਂ ਉਹਨਾਂ ਨੂੰ ਥਕੇਵਾਂ ਨਹੀਂ ਆਇਆ। ਕਦੀ ਪਾਠ ਕਰਨ ਲੱਗਿਆਂ ਉਹਨਾਂ ਨੇ ਘੜੀ ਵੱਲ ਨਹੀਂ ਝਾਕਿਆ ਵੀ ਵਾਰ-ਵਾਰ ਘੜੀ ਕਦੋਂ ਕਿੰਨਾ ਕੁ ਸਮਾਂ ਹੋਇਆ ਤੇ ਕਦੋਂ ਮੇਰਾ ਪਾਠ ਸਮਾਪਤ ਹੋਵੇਗਾ। ਨਹੀਂ, ਕਦੀ ਉਹਨਾਂ ਦਾ ਧਿਆਨ, ਉਹ ਅੱਕਦੇ ਨਹੀਂ, ਥੱਕਦੇ ਨਹੀਂ। ਉਹ ਸਾਧ ਸੰਗਤ ਜੀ ਇੱਕ ਰਸ ਜਿਵੇਂ ਸਵਾਦ ਲੈਂਦੇ ਨੇ ਨਾ, ਜਿਵੇਂ ਚੱਖੀਦਾ ਹੁੰਦਾ ਹੈ ਕਿਸੇ ਚੀਜ਼ ਨੂੰ, ਐ ਬਾਣੀ ਦੀ ਇੱਕ ਇੱਕ ਪੰਕਤੀ ਨੂੰ ਚੱਖ ਚੱਖ ਕੇ ਸਾਧ ਸੰਗਤ ਜੀ ਅੱਗੇ ਬਾਣੀ ਪੜ੍ਹਦੇ ਰਹਿੰਦੇ ਨੇ। ਇੰਨਾ ਕੁ ਸਵਾਦ ਉਹਨਾਂ ਨੂੰ ਬਾਣੀ ਦਾ ਆਉਂਦਾ ਹੈ। ਬਿਲਕੁਲ ਬਾਣੀ ਤੋਂ ਬਗੈਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ
ਉਹ ਜਾਣਦੇ ਨੇ ਕਿ ਬਾਣੀ ਤੋਂ ਬਗੈਰ ਭਾਈ ਸਾਡੀ ਜ਼ਿੰਦਗੀ ਵਿਅਰਥ ਹੈ। ਉਹਨਾਂ ਨੂੰ ਸੰਸਾਰਿਕ ਗੱਲਾਂ ਜਿਹੜੀਆਂ ਨੇ ਉਹਨਾਂ ਕੋਲ ਆ ਕਰਕੇ, ਜੇ ਸਾਡੇ ਮਹਾਂਪੁਰਸ਼ ਹਨ ਅੰਬਾਲੇ ਵਿਖੇ ਭਗਵਾਨ ਜੀ ਆਖਦੇ ਨੇ ਉਹਨਾਂ ਨੂੰ ਨਿਰਮਲ ਉਦਾਸੀ ਸਨ, ਤੇ ਜੋ ਕੋਈ ਸੰਗਤਾਂ ਹੁੰਦੀਆਂ ਸਨ ਅਰਦਾਸ ਕਰਨ ਵਾਸਤੇ ਵੀ ਬਾਬਾ ਜੀ ਬੱਚਾ ਨਹੀਂ ਹੈ, ਬਾਬਾ ਜੀ ਵੀਜ਼ਾ ਨਹੀਂ ਲੱਗਦਾ, ਬਾਬਾ ਜੀ ਆ ਨਹੀਂ ਹੁੰਦਾ, ਬਾਬਾ ਜੀ ਉਹ ਨਹੀਂ ਹੁੰਦਾ, ਤੇ ਮਹਾਂਪੁਰਸ਼ ਚੁੱਪ ਕਰ ਜਾਇਆ ਕਰਦੇ ਸਨ, ਕੋਈ ਅੱਗੋਂ ਜਵਾਬ ਨਹੀਂ ਸੰਦਿਆ ਕਰਦੇ। ਤੇ ਜੇ ਕੋਈ ਗੱਲ ਕਰੇ ਵੀ ਬਾਬਾ ਜੀ ਦੱਸੋ ਨਾਮ ਕਿਵੇਂ ਜਪਣਾ, ਫਿਰ ਸਾਧ ਸੰਗਤ ਜੀ 2-2 ਘੰਟੇ ਬੈਠ ਕੇ ਨਾਮ ਦੀਆਂ ਚਰਚਾਵਾਂ ਕਰਦੇ ਸਨ, ਨਾਮ ਬਾਰੇ ਦੱਸਿਆ ਕਰਦੇ ਸਨ ਵੀ ਨਾਮ ਇੰਜ ਜਪਣਾ ਹੈ, ਨਾਮ ਇੰਜ ਜਪਣਾ ਹੈ। ਐ ਮਨ ਦੀਆਂ ਚਿੰਤਾਵਾਂ ਦੂਰ ਹੁੰਦੀਆਂ ਹਨ। ਨਾਮ ਸਿਮਰਨ ਕਰਨ ਲੱਗੀਆਂ ਆਹ ਜਿਹੜੇ ਨੇ ਵਿਘਨ ਹੁੰਦੇ ਨੇ, ਨਾਮ ਸਿਮਰਨ ਕਰਨ ਲੱਗੀਆਂ ਆਹ ਚੀਜ਼ਾਂ ਤੋਂ ਬਚਾ ਰੱਖਣਾ ਹੈ। ਨਾਮ ਸਿਮਰਨ ਕਰਨ ਲੱਗਿਆਂ ਸੰਗਤ ਲਾਜ਼ਮੀ ਕਰਨੀ ਹੈ, ਸੇਵਾ ਜ਼ਰੂਰ ਕਰਨੀ ਹੈ। ਸੇਵਾ ਕਰਨ ਦੇ ਨਾਲ ਸਿਮਰਨ ਵਿੱਚ ਵਿਘਨ ਨਹੀਂ ਆਉਂਦਾ, ਸੰਗਤ ਕਰਨ ਦੇ ਨਾਲ ਸਿਮਰਨ ਕਰਨ ਦਾ ਹੰਕਾਰ ਨਹੀਂ ਮਨ 'ਚ ਪੈਦਾ ਹੁੰਦਾ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਸਾਧ ਸੰਗਤ ਜੀ ਇੱਕ ਗਰਭਵਤੀ ਇਸਤਰੀ ਨੂੰ ਦੱਸੀਆਂ ਜਾਂਦੀਆਂ ਨੇ ਵੀ ਭਾਈ ਬੀਬਾ ਵੀ ਆਹ ਚੀਜ਼ਾਂ ਖਾਣੀਆਂ ਨੇ, ਆਹ ਚੀਜ਼ਾਂ ਨਹੀਂ ਖਾਣ ਵਾਲੀਆਂ, ਵੀ ਪੈਰ ਕਿਤੇ ਉੱਚਾ ਨੀਵਾਂ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਬਹੁਤ ਸਾਧ ਸੰਗਤ ਜੀ ਸੌਣ ਲੱਗਿਆਂ, ਉੱਠਣ ਲੱਗਿਆਂ, ਬੈਠਣ ਲੱਗਿਆਂ ਕਿਹੜੀ ਚੀਜ਼ ਖਾਣੀ, ਕਿਹੜੀ ਚੀਜ਼ ਨਹੀਂ ਖਾਣੀ, ਐ ਪਤ ਪਰਹੇਜ਼ ਨਾਲ ਰਹਿਣਾ ਹੁੰਦਾ ਹੈ। ਇਸੇ ਤਰ੍ਹਾਂ ਸਿਮਰਨ ਕਰਨਾ ਵੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਹੈ, ਬਹੁਤ ਖਿਆਲ ਰੱਖ ਕੇ ਫਿਰ ਸਿਮਰਨ ਹੁੰਦਾ ਹੈ। ਜਿਵੇਂ ਜਾਗ ਲਾਈਦਾ ਨਾ, ਐ ਸਾਧ ਸੰਗਤ ਜੀ ਜੇ ਜਾਗ ਵੱਧ ਲੱਗ ਜਾਵੇ ਤਾਂ ਵੀ ਖਟਾਸ ਵੱਧ ਜਾਂਦੀ ਹੈ। ਨਾ ਜਾਗ ਵੱਧ ਲੱਗੇ ਨਾ ਘਟ ਲੱਗੇ, ਨਾ ਦੁੱਧ ਬਹੁਤਾ ਗਰਮ ਹੋਵੇ ਨਾ ਠੰਡਾ ਹੋਵੇ, ਤੇ ਸਾਧ ਸੰਗਤ ਦਰਮਿਆਨੇ ਜੇ ਰੱਖ ਕਰਕੇ ਫਿਰ ਜਾਗ ਲਾਉਣੀ। ਇਸੇ ਤਰ੍ਹਾਂ ਸਾਧ ਸੰਗਤ ਜੀ ਭਾਂਡਾ ਧੋਏ ਬੈਸ ਧੂਪ ਦੇਵਹੁ, ਤਉ ਦੂਧੇ ਕੋ ਜਾਵਹੁ, ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ, ਜਪਹੁ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਸ ਤਰ੍ਹਾਂ ਸਾਧ ਸੰਗਤ ਜੀ ਨਾਮ ਜਪਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਸੇ ਵਾਸਤੇ ਪਰਮੇਸ਼ਰ ਰੂਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਕਹਿ ਦਿੱਤਾ, ਆਖਣ ਔਖਾ ਸਾਚਾ ਨਾਉ। ਭਾਈ ਨਾਮ ਜਪਣਾ ਦੁਨੀਆ ਵਿੱਚ ਸਭ ਤੋਂ ਔਖਾ ਕੰਮ ਹੈ, ਬਾਕੀ ਸਾਰੇ ਕੰਮ ਕਰਨੇ ਸੌਖੇ ਨੇ, ਇੱਕ ਨਾਮ ਜਪਣਾ ਬੜਾ ਔਖਾ ਹੈ। ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਲ ਬ੍ਰਾਹਮਣ ਆਏ, ਤੇ ਬ੍ਰਾਹਮਣ ਆਖਣ ਲੱਗੇ ਵੀ ਮਹਾਰਾਜ ਅਸੀਂ ਬਹੁਤ ਗਰੀਬ ਹਾਂ, ਵੀ ਸਾਡੇ ਕੋਲ ਧਨ ਪਦਾਰਥ ਨਹੀਂ, ਅਸੀਂ ਗਰੀਬ ਹਾਂ, ਆਪ ਜੀ ਕਿਰਪਾ ਕਰੋ। ਮਹਾਂਪੁਰਖ ਆਖਦੇ ਠੀਕ ਹੈ ਵੀ ਇੱਥੇ 8 ਘੰਟੇ ਰੋਜ਼ ਚੌਕੜਾ ਮਾਰ ਕਰਕੇ ਸਿਮਰਨ ਕਰੋ, ਅਸੀਂ ਤੁਹਾਨੂੰ 8 ਮੋਹਰਾਂ ਜਿਹੜੀਆਂ ਹਨ ਸੋਨੇ ਦੀਆਂ ਰੋਜ਼ ਦਿਆ ਕਰਾਂਗੇ। ਕਹਿੰਦੇ ਠੀਕ ਹੈ ਜੀ। 7 ਬਚਨ ਖੁਸ਼ ਹੋ ਗਏ ਤੇ ਸਾਧ ਸੰਗਤ ਜੀ ਬੈਠ ਗਏ ਕਮਰੇ ਵਿੱਚ ਬੈਠ ਕਰਕੇ ਤੇ ਸਿਮਰਨ ਕਰਨ ਲੱਗ ਪਏ। ਹੁਣ ਸਿਮਰਨ ਕਰਨਾ ਕਿਹੜਾ ਕਿ ਸੌਖਾ ਹੈ, ਆਪਣੇ ਮਨ ਦੀ ਇੱਛਾ ਅਨੁਸਾਰ ਕਰਨਾ ਤਾਂ ਫਿਰ ਵੀ ਬੰਦਾ ਕਰ ਲਵੇ, ਦੂਜੇ ਦੇ ਕਹੇ ਤੇ ਤਾਂ ਬੰਦਾ ਬਿਲਕੁਲ ਹੀ ਨਹੀਂ ਨਾ ਕਰਦਾ। ਇਹ ਤਾਂ ਅੱਕ ਚੱਬਣ ਨਾਲੋਂ ਵੀ ਔਖਾ ਕੰਮ ਹੈ ਸਿਮਰਨ ਕਰਨਾ ਤਾਂ। ਤੇ ਸਾਧ ਸੰਗਤ ਸਿਮਰਨ ਸ਼ੁਰੂ ਕੀਤਾ। ਜਿਵੇਂ ਸਿਮਰਨ ਸ਼ੁਰੂ ਕੀਤਾ ਤੇ ਇੱਕ ਥੋੜਾ ਸਮਾਂ ਤਾਂ ਠੀਕ ਹੈ, ਪਰ ਬਾਅਦ ਵਿੱਚ ਕੋਈ ਗੋਡੇ ਹਿਲਾਉਣ ਲੱਗ ਪਿਆ, ਕੋਈ ਇੱਧਰ ਉੱਧਰ ਝਾਕਣ ਲੱਗ ਪਿਆ, ਕੋਈ ਚੌਕੜਾ ਖੋਲ ਕਰਕੇ ਤੇ ਇੱਧਰ ਉੱਧਰ ਘੁੰਮਣ ਲੱਗ ਪਿਆ। ਜਦੋਂ ਪਹਿਲਾ ਦਿਨ ਹੋਇਆ ਗੁਰੂ ਮਹਾਰਾਜ ਜੀ ਨੇ ਸਾਰਿਆਂ ਨੂੰ 8-8 ਮੋਹਰਾਂ ਸੋਨੇ ਦੀਆਂ ਦਿੱਤੀਆਂ ਨੇ। ਦੂਜੇ ਦਿਨ ਗੁਰੂ ਮਹਾਰਾਜ ਜੀ ਨੇ ਕਿਹਾ ਭਾਈ ਦਇਆ ਸਿੰਘ ਜੀ ਇਹਨਾਂ ਨੂੰ ਉੱਠਣ ਨਹੀਂ ਦੇਣਾ, ਇਹ ਬਹੁਤ ਇੱਧਰ ਤੋਂ ਤੁਰਦੇ ਫਿਰਦੇ ਨੇ, ਇਕਾਗਰਤਾ ਲਾ ਕਰਕੇ ਸਿਮਰਨ ਨਹੀਂ ਕਰਦੇ, ਵੀ ਇਹਨਾਂ ਨੂੰ ਚੌਕੜਾ ਨਹੀਂ ਖੋਲਣ ਦੇਣਾ। ਜਦੋਂ ਸਿੰਘਾਂ ਨੇ ਤਗੜਾਈ ਕੀਤੀ ਤੇ ਸਾਧ ਸੰਗਤ ਜੀ ਦੂਜਾ ਦਿਨ ਔਖੇ ਸੌਖੇ ਸਿਮਰਨ ਕਰਕੇ ਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ। ਕਹਿੰਦੇ ਮਹਾਰਾਜ ਆਹ ਕੰਮ ਸਾਡੇ ਤੋਂ ਹੁੰਦਾ ਨਹੀਂ ਜੀ, ਕਿਰਪਾ ਕਰੋ ਬਖਸ਼ ਦਿਓ। ਸਾਡਾ ਤਾਂ ਜਿਹੜਾ ਕੰਮ ਹੈ ਨਾ ਵੀ ਮੰਤਰ ਮਾਰਨੇ ਤੇ ਧਾਗੇ ਤਵੀਤ ਕਰਨੇ, ਵੀ ਇਹੀ ਸਾਡਾ ਕੰਮ ਸੌਖਾ, ਇਹ ਸਿਮਰਨ ਕਰਨ ਵਾਲਾ ਕੰਮ ਬੜਾ ਔਖਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਆਖ ਕਰਕੇ ਚਲੇ ਗਏ ਸਨ ਵੀ ਇਹ
ਝਾੜ ਝਾੜ ਪਵਦੇ ਕੱਚੇ ਬਿਰਹੀ, ਜਿਨ੍ਹਾਂ ਕਾਰਨ ਆਈ। ਜਿਨ੍ਹਾਂ ਨੂੰ ਭਗਤੀ ਦੀ ਕਾਰ ਕੰਮ ਨਹੀਂ ਨਾ ਆਇਆ, ਉਹ ਸਾਧ ਸੰਗਤ ਜੀ ਸੁੱਕੇ ਪੱਤਿਆਂ ਦੇ ਵਾਂਗ ਸੰਗਤ ਵਿੱਚੋਂ ਝੜ ਜਾਂਦੇ ਨੇ। ਹੰਕਾਰੀ ਬੰਦੇ ਸੰਗਤ ਛੱਡ ਜਾਂਦੇ ਨੇ। ਉਹ ਸਾਧ ਸੰਗਤ ਜੀ ਜਿਨ੍ਹਾਂ ਦੀ ਸੇਵਾ ਗੁਰੂ ਨੂੰ ਪ੍ਰਵਾਨ ਨਹੀਂ, ਉਹ ਸੰਗਤ ਛੱਡ ਕਰਕੇ ਚਲੇ ਜਾਂਦੇ ਹਨ, ਗੁਰੂ ਤੋਂ ਬੇਮੁਖ ਹੋ ਜਾਂਦੇ ਹਨ। ਜਿਵੇਂ ਸੁੱਕੇ ਪੱਤੇ ਦਰਖਤ ਤੋਂ ਟੁੱਟ ਕੇ ਹੇਠਾਂ ਸਾਧ ਸੰਗਤ ਝੜ ਜਾਂਦੇ ਨੇ, ਇਸ ਤਰ੍ਹਾਂ ਹੀ ਮਨਮੁਖ ਬੰਦੇ ਭਗਤੀ ਦਾ ਕੰਮ ਨਾ ਕਰਨ ਯੋਗ ਹੋਣ ਕਰਕੇ ਉਹ ਸਾਧ ਸੰਗਤ ਜੀ ਸੰਗਤ ਨੂੰ ਛੱਡ ਜਾਂਦੇ ਹਨ, ਦੌੜ ਜਾਂਦੇ ਹਨ, ਟਿਕਦੇ ਨਹੀਂ। ਮਰਦ ਅਗੰਮੜੇ ਹੀ ਸਾਧ ਸੰਗਤ ਜੀ ਸਿਮਰਨ ਕਰਨ ਦੇ ਮੈਦਾਨ ਵਿੱਚ ਟਿਕਦੇ ਨੇ, ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰਿਆ ਹੈ। ਇਹਦਾ ਸਵਾਸ ਬਿਸਮਾਦ ਅਸਚਰਜ ਸਵਾਦ ਪਰਮੇਸ਼ਰ ਦੇ ਨਾਮ ਦਾ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਵੱਖਰਾ ਹੀ ਸਾਧ ਸੰਗਤ ਜੀ ਉਹਨਾਂ ਦਾ ਰੂਪ ਹੁੰਦਾ ਹੈ, ਇਸ ਤਰ੍ਹਾਂ ਦਾ ਰੂਪ ਹੁੰਦਾ ਹੈ। ਇੱਕ ਵਾਰ ਉਹਨਾਂ ਵੱਲ ਵੇਖ ਲਈਏ ਤੇ ਸਾਧ ਸੰਗਤ ਜੀ ਸਾਰੀ ਉਮਰ ਬਦਲ ਜਾਂਦੀ ਹੈ। ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਬੰਬੇ ਗਏ ਨੇ ਕਥਾ ਕਰਨ ਵਾਸਤੇ। ਜਿਹੜੇ ਸਰਦਾਰ ਉੱਥੇ ਟਰੱਕ ਡਰਾਈਵਰ, ਟਰੱਕ ਦੇ ਕਲੀਨਰ ਤੇ ਟਰੱਕਾਂ ਦਾ ਕੰਮਕਾਰ ਕਰਦੇ ਸਨ, ਜਿਹੜੇ ਸਾਧ ਸੰਗਤ ਜੀ 2-2 3-3 ਬੋਤਲਾਂ ਸ਼ਰਾਬ ਦੀਆਂ ਇਕੱਠੀਆਂ ਪੀ ਜਾਇਆ ਕਰਦੇ ਸਨ, ਤੋਲਾ ਤੋਲਾ ਫੀਮ ਦਾ ਸਾਧ ਸੰਗਤ ਜੀ ਖਾ ਜਾਇਆ ਕਰਦੇ ਸਨ, ਉਹ ਸ਼ਰਾਬੀ ਤੇ ਨਸ਼ੇੜੀ ਬੰਦੇ ਉਹਨਾਂ ਨੇ ਸਾਧ ਸੰਗਤ ਜੀ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਇੱਕ ਦਿਨ ਦੀ ਕਥਾ ਸੁਣ ਕਰਕੇ, ਨਸ਼ੇ ਪੱਤੇ ਛੱਡ ਕਰਕੇ ਤੇ ਸਾਧ ਸੰਗਤ ਜੀ ਗੁਰੂ ਵਾਲੇ ਬਣ ਕਰਕੇ ਅੰਮ੍ਰਿਤ ਪਾਨ ਕਰਕੇ ਅੱਜ ਸਾਧ ਸੰਗਤ ਜੀ ਕਿਸੇ ਦੀਆਂ 500 ਗੱਡੀਆਂ ਨੇ, ਕਿਸੇ ਦੀਆਂ 700 ਗੱਡੀਆਂ ਨੇ, ਕਿਸੇ ਦੀਆਂ 1000 ਟਰਾਲੇ ਚਰਦੇ ਨੇ। ਜਿਹੜਾ ਸਾਧ ਸੰਗਤ ਜੀ ਕਲੀਨਰ ਸਨ, ਡਰਾਈਵਰੀ ਕਰਦੇ ਸਨ, ਉਹਨਾਂ ਨੇ ਸਾਧ ਸੰਗਤ ਜੀ ਨਸ਼ਿਆਂ ਦਾ ਤਿਆਗ ਕਰਕੇ ਮਹਾਂਪੁਰਸ਼ਾਂ ਦੀ ਇੱਕ ਦਿਨ ਦੀ ਕਥਾ ਸੁਣ ਕਰਕੇ ਉਹਨਾਂ ਦਾ ਜੀਵਨ ਜਿਹੜਾ ਹੈ ਪਲਟ ਗਿਆ। ਜਾ ਕਰਕੇ ਬੰਬੇ ਵਿੱਚ ਕਿਤੇ ਵੀ ਜਾ ਕਰਕੇ ਪੁੱਛੋ, ਜਿਹੜੇ ਵੱਡੇ ਵੱਡੇ ਸਰਦਾਰ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਦੀ ਸੁਰਤੀ ਜਿਹੜੀ ਹੈ ਜਦੋਂ ਵੀ ਬੋਲਦੇ ਨੇ ਤੇ ਜੀਵਨ ਅਗਲੇ ਦਾ ਪਲਟ ਕੇ ਰੱਖ ਦਿੰਦੇ ਹਨ। ਮਹਾਂਪੁਰਸ਼ ਰਾਗ ਨਾਦ ਬਾਦ ਬਹੁ ਬਾਸਨਾ ਸੁਬਾਸ ਹੈ। ਤੇ ਇਸ ਤਰ੍ਹਾਂ ਸਿਮਰਨ ਕਰਨ ਵਾਲਿਆਂ ਨੂੰ ਸਾਧ ਸੰਗਤ ਵੱਖੋ ਵੱਖਰਾ ਨਾਦ, ਵੱਖੋ ਵੱਖਰੀਆਂ ਆਵਾਜ਼ਾਂ ਜਿਹੜੀਆਂ ਨੇ ਸੁਣਾਈ ਦਿੰਦੀਆਂ ਹਨ। ਵੱਖਰੀਆਂ ਸਾਧ ਸੰਗਤ ਜੀ ਵਾਸ਼ਨਾਵਾਂ, ਵੱਖਰੀਆਂ ਖੁਸ਼ਬੂਆਂ ਜਿਹੜੀਆਂ ਹਨ, ਉਹ ਉਹਨਾਂ ਨੂੰ ਧੁਨੀਆਂ ਜਿਹੜੀਆਂ ਨੇ ਉਹ ਸੁਣਾਈ ਦਿੰਦੀਆਂ ਹਨ ਮਹਾਂਪੁਰਖਾਂ ਨੂੰ। ਪਰਮਦ ਭੁਤ ਇਸ ਤਰ੍ਹਾਂ ਅਸਚਰਜ ਹੀ ਉਹਨਾਂ ਦਾ ਰੂਪ ਹੁੰਦਾ ਹੈ, ਅਸਚਰਜ ਉਹਨਾਂ ਦੀ ਅਵਸਥਾ ਹੁੰਦੀ ਹੈ। ਬ੍ਰਹਮ ਦੇ ਆਸਣ ਦੇ ਵਿੱਚ ਟਿਕੇ ਹੁੰਦੇ ਹਨ, ਉਹ ਸਿੰਘਾਸਨ ਲਾ ਕਰਕੇ ਸਾਧ ਸੰਗਤ ਜੀ ਪਰਮੇਸ਼ਰ ਦੀ ਗੋਦ ਵਿੱਚ ਬੈਠਣ ਦਾ ਆਨੰਦ ਮਾਣਦੇ ਨੇ। ਸੋਭਾ ਸਭਾ ਮੰਡਲ ਅਖੰਡਲ ਬਿਲਾਸ ਹੈ, ਉਹਨਾਂ ਦੀ ਸੋਭਾ ਲੋਕ ਪਰਲੋਕ ਦੇ ਵਿੱਚ ਹੁੰਦੀ ਹੈ। ਸਾਰੇ ਥਾਵਾਂ ਤੇ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜਿਹੜੇ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਹਨ, ਬੰਦਗੀ ਕਰਦੇ ਹਨ। ਇੱਥੇ ਸਾਧ ਸੰਗਤ ਜੀ 112ਵੇਂ ਸਵਈਏ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਇੱਥੇ ਸਮੇਂ ਦੀ ਸਮਾਪਤੀ, ਭੁੱਲ ਚੁੱਕ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।